पंथक.fm ਦੇ ਸਰੋਤਿਆਂ ਨਾਲ ਪੰਥਕ ਵਿਦਵਾਨਾਂ ਦੇ ਮੁਲਾਕਾਤਾਂ ਦੀ ਕੜੀ ਅੱਜ ਯੂਨੀਵਰਸਿਟੀ ਦੇ ਵਿਦਵਾਨਾਂ ਤੋਂ ਹੁੰਦੀ ਹੁੰਦੀ ਆਣ ਪਹੁੰਚੀ ਹੈ ਸਾਡੇ ਸੰਪਰਦਾਇ ਟਕਸਾਲੀ ਵਿਦਵਾਨਾਂ ਦੇ ਕੋਲ। ਇਸ ਕੜੀ ਵਿੱਚ ਗਿਆਨੀ ਸ਼ੇਰ ਸਿੰਘ ਜੀ ਦਾ ਨਾਂ ਵਿਸ਼ੇਸ਼ ਤੌਰ ਤੇ ਸਮੂਹ ਪੰਥਕ ਸਭਾ ਵਿੱਚ ਲਿਆ ਜਾਂਦਾ ਹੈ। ਗਿਆਨੀ ਜੀ ਅੱਜ ਕੱਲ ਪਟਿਆਲਾ ਦੇ ਦੁੱਖ ਨਿਵਾਰਨ ਸਾਹਿਬ 'ਚ ਕਾਫੀ ਲੰਮੇ ਸਮੇਂ ਤੋਂ ਰੋਜ਼ਾਨਾ ਕਥਾ ਕਰ ਰਹੇ ਹਨ, ਜਿਹੜੀ ਕਿ ਟੀਵੀ ਤੇ ਬਹੁਤ ਸਾਰੇ ਦਰਸ਼ਕ ਤੇ ਸੰਗਤਾਂ ਦੇਖਦੀਆਂ ਹਨ, ਪਸੰਦ ਕਰਦੀਆਂ ਹਨ। ਗਿਆਨੀ ਜੀ ਬੁੱਢਾ ਦਲ ਤੋਂ ਹੋਰ ਸੰਪਰਦਾਇ ਪ੍ਰਣਾਲੀਆਂ ਤੋਂ ਵਿਦਿਆ ਗ੍ਰਹਿਣ ਕਰਨ ਤੋਂ ਉਪਰੰਤ ਅੱਜ ਪੰਥਕ.fm ਦੇ ਸਰੋਤਿਆਂ ਨਾਲ ਗੱਲਬਾਤ ਕਰਨਗੇ। ਅਸੀਂ ਗੱਲਬਾਤ ਦੀ ਸ਼ੁਰੂਆਤ ਫਤਿਹ ਦੀ ਸਾਂਝ ਨਾਲ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਯੂਨੀਵਰਸਿਟੀਆਂ ਦੇ ਬਹੁਤ ਸਾਰੇ ਵਿਦਵਾਨਾਂ ਨਾਲ ਮੁਲਾਕਾਤਾਂ ਦੀ ਕੜੀ ਸਾਡੇ ਸਰੋਤਿਆਂ ਨੇ ਸੁਣੀ ਹੈ। ਯੂਨੀਵਰਸਿਟੀਆਂ ਦੇ ਵਿਦਵਾਨਾਂ ਦੀ ਜੋ ਅਧਿਐਨ ਪ੍ਰਣਾਲੀ ਹੈ ਉਹ ਕਿਸ ਤਰੀਕੇ ਨਾਲ ਕਿਸੇ ਗ੍ਰੰਥ ਨੂੰ ਜਾਂ ਕਿਸੇ ਪੁਸਤਕ ਨੂੰ ਆਧਾਰ ਬਣਾ ਕੇ ਉਸ ਤੇ ਐਮਫਿਲ ਕਰਦੇ ਹਨ, PhD ਕਰਦੇ ਹਨ, ਉਸ ਤੇ ਖੋਜ ਪ੍ਰਬੰਧ ਲਿਖਦੇ ਹਨ। ਉਹਨਾਂ ਦਾ ਇੱਕ ਆਧਾਰ ਹੁੰਦਾ ਹੈ ਕਿ ਉਹ ਪਹਿਲਾਂ ਆਪਣੀ 10ਵੀਂ 12ਵੀਂ ਤੱਕ ਦੀ ਪੜ੍ਹਾਈ, ਉਸ ਤੋਂ ਬਾਅਦ MA ਦੀ ਪੜ੍ਹਾਈ, ਉਸ ਤੋਂ ਬਾਅਦ ਐਮਫਿਲ ਜਾਂ PhD ਵਾਲੇ ਪਾਸੇ ਹੌਲੀ ਹੌਲੀ ਵਧਣ। ਉਹਨਾਂ ਦਾ ਇੱਕ ਆਧਾਰ ਹੁੰਦਾ ਹੈ ਪੜ੍ਹਾਈ ਦਾ। ਜਦ ਕਿਸੇ ਵੱਡੇ ਵਿਸ਼ੇ ਦੀ ਖੋਜ ਤੇ ਹੱਥ ਪਾਉਂਦੇ ਨੇ ਉਸ ਤੋਂ ਪਹਿਲਾਂ ਉਹਨਾਂ ਦਾ ਕੋਈ ਵਿਦਿਅਕ ਆਧਾਰ, ਕੋਈ ਦਿਮਾਗੀ ਮਿਆਰ ਬਣ ਚੁੱਕਿਆ ਹੁੰਦਾ ਹੈ। ਸੰਪਰਦਾਇ ਪ੍ਰਣਾਲੀਆਂ ਵਿੱਚ ਬਹੁਤਾ ਦੇਖਿਆ ਗਿਆ ਹੈ ਕਿ ਵੀ ਵਿਦਿਅਕ ਖੇਤਰ 'ਚ, ਜਿਹੜੇ ਆਧੁਨਿਕ ਵਿਦਿਆ ਦੇ ਖੇਤਰ 'ਚ ਘੱਟ ਪੜ੍ਹੇ ਲਿਖੇ ਨੌਜਵਾਨ ਜਾਂ ਪ੍ਰਚਾਰਕ ਆਉਂਦੇ ਨੇ। ਲੇਕਿਨ ਦੇਖਿਆ ਗਿਆ ਹੈ ਕਿ ਸੰਪਰਦਾਇ ਪ੍ਰਣਾਲੀਆਂ ਜਦੋਂ ਕਥਾ ਹੈ ਉਹ ਹੁਣ ਵੀ ਸੰਗਤ ਬਹੁਤ ਪਸੰਦ ਕਰ ਰਹੀ ਹੈ। ਉਹਨਾਂ ਦੇ ਗਿਆਨ ਨੂੰ, ਉਹਨਾਂ ਦੀ ਗਿਆਨ ਪ੍ਰਣਾਲੀ ਨੂੰ ਕਿਸੇ ਵੀ ਤਰੀਕੇ ਪੰਥ ਤੋਂ ਅੱਖੋਂ ਪਰੋਖੇ ਕਰਨਾ ਸੰਭਵ ਨਹੀਂ ਹੈ। ਸੋ ਆਪ ਜੀ ਕਿਰਪਾ ਕਰਕੇ ਦੱਸਣ ਦੀ ਕਿਰਪਾਲਤਾ ਕਰੋਗੇ ਕਿ ਸੰਪਰਦਾਇ ਜਿਹੜੀ ਵਿਦਿਅਕ ਪ੍ਰਣਾਲੀ ਹੈ ਉਹ ਆਪ ਜੀ ਨੇ ਕਿਵੇਂ ਗ੍ਰਹਿਣ ਕੀਤੀ ਤੇ ਉਸ ਵਿੱਚ ਧਰਮ ਗ੍ਰੰਥਾਂ ਦੇ ਅਧਿਐਨ ਤੇ ਖੋਜ ਸੰਬੰਧ ਦਾ ਕਾਰਜ ਕਿਵੇਂ ਕੀਤਾ ਜਾਂਦਾ ਹੈ? ਸਿੰਘ ਸਾਹਿਬ ਜੀ, ਜੋ ਸੰਪਰਦਾਇ ਵਿਦਿਆ ਪ੍ਰਾਪਤ ਕਰਨ ਦੇ ਤੌਰ ਤਰੀਕੇ ਹਨ, ਜਿਵੇਂ ਸਕੂਲਾਂ ਵਿੱਚ 5ਵੀਂ ਤੱਕ, 8ਵੀਂ ਤੱਕ, 10ਵੀਂ ਤੱਕ ਦੀ ਪੜ੍ਹਾਈ ਹੈ, ਉਸ ਤੋਂ ਬਾਅਦ +2 ਹੈ ਜਾਂ BA MA, ਉਸ ਤੋਂ ਬਾਅਦ PhD ਦੀਆਂ ਡਿਗਰੀਆਂ ਹੁੰਦੀਆਂ, ਥੀਸਿਸ ਲਿਖੇ ਜਾਂਦੇ ਆ, ਤੇ ਉਹਦਾ ਇੱਕ ਤਰੀਕਾ ਹੈ, ਇੱਕ ਯੁਕਤੀ ਹੈ। ਇਸੇ ਤਰ੍ਹਾਂ ਸੰਪਰਦਾਇਆਂ ਦੀ ਵੀ ਕੋਈ ਨਿਯਮ ਕਲਗੀਧਰ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਤੋਂ ਚੱਲੇ ਆ ਰਹੇ ਨੇ। ਇਹ ਸਾਡੀ ਪੁਰਾਤਨ ਰਵਾਇਤਾਂ ਹਨ ਕਿ ਜਦੋਂ ਦਮਦਮੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਾਇਆ ਗਿਆ ਤਾਂ ਭਾਈ ਸਾਹਿਬ ਭਾਈ ਮਨੀ ਸਿੰਘ ਔਰ ਬਾਬਾ ਦੀਪ ਸਿੰਘ ਜੀ ਨੂੰ ਵੀ 48 ਸਿੰਘਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕਥਾ ਵੀ ਸੁਣਾਈ ਗਈ। ਉਦੋਂ ਤੋਂ ਇਹ ਸੰਪਰਦਾਵਾਂ ਚੱਲੀਆਂ, ਜਿਨ੍ਹਾਂ ਵਿੱਚ ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਭਾਈ ਗੁਰਬਖਸ਼ ਸਿੰਘ ਜੀ ਸ਼ਹੀਦ, ਭਾਈ ਸੂਰਤ ਸਿੰਘ ਜੀ, ਚੰਦਾ ਸਿੰਘ ਜੀ, ਭਾਈ ਵੀਰ ਸਿੰਘ ਜੀ ਤੱਕ ਇਹ ਪਰੰਪਰਾ ਚੱਲੀ ਆਉਂਦੀ। ਇਸੇ ਤਰ੍ਹਾਂ ਸੰਤ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ, ਸੰਤ ਕਮਾਲੀਏ ਵਾਲੇ ਸੰਗਤ ਸਿੰਘ ਜੀ, ਭਾਈ ਸਾਹਿਬ ਸੰਤ ਅਮੀਰ ਸਿੰਘ ਜੀ ਸੱਤੋ ਵਾਲੀ ਗਲੀ, ਹੋਰ ਵੀ ਬਹੁਤ ਸਾਰੇ ਨਿਰਮਲੇ ਸੰਤਾਂ ਦੀਆਂ ਸੰਪਰਦਾਵਾਂ ਉਸ ਸ਼ਾਖਾ ਦੇ ਵਿੱਚ ਚੱਲੀਆਂ ਆਉਂਦੀਆਂ ਹਨ। ਇਹਨਾਂ ਬਾਰੇ ਡਾਕਟਰ ਤਾਰਨ ਸਿੰਘ ਜੀ ਨੇ ਬੜਾ ਵਧੀਆ ਖੋਜ ਪ੍ਰਬੰਧ ਵੀ ਲਿਖਿਆ, ਹੋਰ ਵਿਦਵਾਨਾਂ ਨੇ ਵੀ ਬਹੁਤ ਕੁਝ ਲਿਖਿਆ। ਸਾਡੇ ਵੀ ਇੱਕ ਤਰੀਕੇ ਹਨ। ਸਭ ਤੋਂ ਪਹਿਲਾਂ ਅਸੀਂ ਕਿਸੇ ਵਿਦਿਆਰਥੀ ਨੂੰ ਬਾਲ ਉਪਦੇਸ਼ ਤੋਂ ਵਿਦਿਆ ਪੜ੍ਹਾ ਕੇ ਗੁਰਮੁਖੀ ਅੱਖਰਾਂ ਦਾ ਸ਼ੁੱਧ ਉਚਾਰਨ ਕਿਵੇਂ ਕਰਨਾ, ਧੁਨੀ ਦਾ ਉਚਾਰਨ ਕਿਵੇਂ ਕਰਨਾ, ਮਾਤਰਾ ਦਾ ਗਿਆਨ ਉਹਨੂੰ ਮੁੱਢ 'ਚ ਦਿੱਤਾ ਜਾਂਦਾ। ਉਸ ਤੋਂ ਬਾਅਦ 5 ਗ੍ਰੰਥੀ, 22 12 ਭਗਤ ਬਾਣੀ, 10 ਗ੍ਰੰਥੀ, ਇਹ ਪੋਥੀਆਂ ਪੜ੍ਹਾਉਣ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2 ਭਾਗ ਜਿਹੜੇ ਆ ਸੰਥਿਆ ਵਿੱਚ ਪੜ੍ਹਾਏ ਜਾਂਦੇ। ਉਸ ਤੋਂ ਬਾਅਦ ਇੱਕ ਤਰੀਕਾ, ਜਦੋਂ ਇਸ ਪਾਠੀ ਬਣ ਜਾਂਦਾ, ਸ਼ੁੱਧ ਪਾਠੀ ਮੰਨਿਆ ਜਾਂਦਾ, ਜੇ ਉਹ ਬੱਚਾ ਅੱਗੇ ਵਿਦਿਆ ਪੜ੍ਹਨੀ ਚਾਹੁੰਦਾ ਕਥਾ ਦੀ, ਤਾਂ ਉਹਨੂੰ ਸਾਰੁਕਤਾਵਲੀ, ਭਾਵਰਾ ਸਮਰਤ ਤੇ ਇਹ ਛੋਟੇ ਛੋਟੇ ਗ੍ਰੰਥ ਜਿਹੜੇ ਹਨ, ਅਨਮਤਾਂ ਦੇ ਵੀ ਹਨ ਤੇ ਪੰਜਾਬ ਦੇ ਵਿੱਚ ਲਿਖੇ ਗਏ ਹਨ, ਤਾਂ ਕਿ ਉਹਨਾਂ ਲੋਕਾਂ ਦਾ ਦੂਜੇ ਧਰਮਾਂ ਦਾ ਸਾਨੂੰ ਗਿਆਨ ਹੋ ਜਾਵੇ, ਉਹ ਪੜ੍ਹਾਏ। ਇਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੇ ਸਾਨੂੰ ਸ਼ਬਦਾਂ ਦਾ ਗਿਆਨ ਹੋ ਜਾਂਦਾ ਵੀ ਇਹ ਸ਼ਬਦ ਦੇ ਪਰਿਆਇਵਾਚੀ ਕਿੰਨੇ ਸ਼ਬਦ ਹਨ, ਇਹਦੇ ਅਰਥ ਕਿੰਨੇ ਹਨ, ਉਹ ਨਾਲ ਨਾਲ ਲਿਖਵਾਏ ਜਾਂਦੇ ਆ। ਉਹ ਸਾਡਾ ਬੇਸ ਬਣਦਾ ਜਦੋਂ ਅਸੀਂ ਨਾਨਕ ਪ੍ਰਕਾਸ਼, ਸੂਰਜ ਪ੍ਰਕਾਸ਼, ਵੱਡੇ ਗ੍ਰੰਥਾਂ ਦੀ ਕਥਾ ਕਰਨ ਲੱਗ ਜਾਂਦੇ ਆ। ਉਸ ਤੋਂ ਬਾਅਦ ਸਾਨੂੰ 10ਵੇਂ ਗ੍ਰੰਥ ਪੜ੍ਹਾਇਆ ਜਾਂਦਾ, ਜਦੋਂ ਸਾਡੀ ਸ਼ਰਧਾ ਭਾਵਨਾ ਔਰ ਸਾਡੀ ਵਿਦਿਅਤਾ ਦੀ ਯੋਗਤਾ ਇੱਥੋਂ ਤੱਕ ਹੋ ਜਾਂਦੀ ਹੈ ਕਿ ਸਾਨੂੰ ਪੂਰੀ ਤਰ੍ਹਾਂ ਨਾਲ ਗੁਰਬਾਣੀ ਤੇ ਨਿਸ਼ਚਾ ਹੋ ਜਾਂਦਾ ਔਰ ਉਹਦੇ ਹਰ ਪੱਖ ਦਾ ਸਾਨੂੰ ਗਿਆਨ ਹੋ ਜਾਂਦਾ। ਇਹਦੇ ਨਾਲ ਨਾਲ ਸਾਨੂੰ ਪਿੰਗਲ ਬਾਰੇ ਵੀ ਪੜ੍ਹਾਇਆ ਜਾਂਦਾ ਕਿ ਛੰਦ ਦੀ ਰਚਨਾ ਕਿਵੇਂ ਕੀਤੀ ਜਾਂਦੀ ਹੈ, ਛੰਦਾਂ ਦੇ ਵਿੱਚ ਮਾਤਰਿਕ ਛੰਦ ਕੀ ਹੁੰਦੇ ਹਨ, ਗਣਕ ਛੰਦ ਕੀ ਹੁੰਦੇ ਹਨ। ਇਹਦੇ ਨਾਲ ਨਾਲ ਸਾਨੂੰ ਅਲੰਕਾਰਾਂ ਬਾਰੇ ਵੀ ਪੜ੍ਹਾਇਆ ਜਾਂਦਾ। ਅਲੰਕਾਰਾਂ, ਛੰਦਾਂ ਤੋਂ ਇਲਾਵਾ ਭਾਸ਼ਾ ਦੇ ਗਿਆਨ ਬਾਰੇ, ਸੰਸਕ੍ਰਿਤ ਭਾਸ਼ਾ ਬਾਰੇ ਜਿਉਂ-ਜਿਉਂ ਅੱਗੇ ਵਿਦਿਆਰਥੀ ਦੀ ਪਹੁੰਚ ਹੁੰਦੀ ਹੈ, ਉਹਦੀ ਬਣੀ ਜਾਂਦੀ ਹੈ, ਅਵਸਥਾ ਬਣੀ ਜਾਂਦੀ ਹੈ, ਉਹਨੂੰ ਅੱਗੇ ਅੱਗੇ ਪੜ੍ਹਾਇਆ ਜਾਂਦਾ। ਔਰ
ਇਹ ਗੱਲ ਮੈਂ ਕਹਿ ਸਕਦਾ ਹਾਂ ਕਿ ਯੂਨੀਵਰਸਿਟੀਆਂ ਦੇ ਵਿੱਚ ਔਰ ਸਾਡੇ ਵਿੱਚ ਜਿਹੜਾ ਫਰਕ ਰਹਿ ਜਾਂਦਾ ਹੈ ਕਿ ਅਸੀਂ ਜਿਹੜੇ ਸੰਥਿਆ ਕਰਾਉਂਦੇ ਆ ਗੁਰਬਾਣੀ ਦੀ, ਉਹ ਲੋਕ ਨਹੀਂ ਕਰਾ ਪਾਉਂਦੇ, ਜਿਹਦੇ ਕਰਕੇ ਉਹ ਇੱਕ ਦੋ ਵਾਰੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਜਾਂ ਦਸਮ ਗ੍ਰੰਥ ਨੂੰ ਪੜ੍ਹ ਕੇ ਕੁਝ ਅੰਦਾਜ਼ੇ ਲਾ ਲੈਂਦੇ ਆ। ਸਾਡੇ ਵਿੱਚ ਇੱਕ ਦੋ ਵਾਰੀ ਪੜ੍ਹਨ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ। ਹਰ ਵਾਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਜੋ ਕਰਾਈ ਜਾਂਦੀ ਹੈ, ਮੰਨ ਲਓ 5 ਅੰਗ ਦੀ ਸੰਥਿਆ ਗੁਰੂ ਗ੍ਰੰਥ ਸਾਹਿਬ ਦੀ ਹੋਈ ਜਾਂ 2 ਦੀ ਹੋਈ, ਤਾਂ ਉਹ 25 ਵਾਰ ਪਕਾਇਆ ਜਾਂਦਾ। ਉਹ ਬਾਣੀ ਨੂੰ ਸ਼ੁੱਧ ਉਚਾਰਨ ਕਿਵੇਂ ਕਰਨਾ, ਫਿਰ ਉਹਦੇ ਭਾਵਾਂ ਵਿੱਚ ਜਾਣਾ, ਫਿਰ ਉਸ ਤੋਂ ਬਾਅਦ ਸੇਵਾ ਸਿਮਰਨ ਕਰਦੇ ਕਰਦੇ ਮਹਾਂਪੁਰਸ਼ ਵੱਡੇ ਜਿਹੜੇ ਸੰਪਰਦਾਵਾਂ ਵਿੱਚ ਕਰਾਉਂਦੇ ਆ, ਉਹ ਵਿਦਿਆਰਥੀਆਂ ਦਾ ਅਧਿਆਤਮਿਕ ਪੱਧਰ ਵੀ ਉੱਚਾ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਉਹ ਗੁਰਬਾਣੀ ਨੂੰ ਖੁਦ ਸਮਝ ਸਕਣ, ਤਾਂ ਕਿ ਪ੍ਰਚਾਰ ਸਕਣ। ਇਹ ਪਰੰਪਰਾ ਸਤਿਗੁਰੂ ਕਲਗੀਧਰ ਪਾਤਸ਼ਾਹ ਤੋਂ ਚੱਲੀ ਆਉਂਦੀ ਹੈ ਤੇ ਇਸ ਤਰੀਕੇ ਨਾਲ ਅਸੀਂ ਹੋਰ ਵੀ ਕਈ ਇਹਦੇ ਪੱਖ ਹਨ ਜਿਹੜੇ ਬਾਣੀ ਪੜ੍ਹਾਉਣ ਦੇ, ਸੰਥਿਆ ਕਰਾਉਣ ਦੇ, ਕਥਾ ਸਿਖਾਉਣ ਦੇ ਤਰੀਕੇ ਹਨ, ਉਹਨਾਂ ਤਰੀਕਿਆਂ ਨਾਲ ਅਸੀਂ ਸੰਥਿਆ ਕਰਾਉਂਦੇ ਹਾਂ। ਇਹਦੇ ਲਈ ਬਹੁਤ ਸਮਾਂ 5-7 ਸਾਲ 10 ਸਾਲ ਸਮਾਂ ਵੀ ਲੱਗ ਜਾਂਦਾ। ਯਾਨੀ ਕਿ ਇੱਕ ਮੰਨਿਆ ਜਾਵੇ ਵੀ ਸਕੂਲੀ ਪੜ੍ਹਾਈ ਦਾ ਜਿਹੜਾ ਸਮਾਂ 15-16 ਸਾਲ ਦੀ MA ਦੀ ਪੜ੍ਹਾਈ ਹੈ, ਜੇ ਸਾਡੇ ਕੋਲੋਂ 15-16 ਸਾਲ ਕਰੇ ਤਾਂ ਉਹ ਗੁਰਮਤਿ ਦੇ ਇੰਨੇ ਵੱਡੇ ਵੱਡੇ ਗ੍ਰੰਥ ਹਨ, ਇੰਨਾ ਵੱਡਾ ਵਿਸ਼ਾਲ ਸਾਡਾ ਦਾਇਰਾ, ਉਹ ਮਸੀਂ ਜਾ ਕੇ ਪੂਰਾ ਹੁੰਦਾ 15-16 ਸਾਲਾਂ ਵਿੱਚ। ਗਿਆਨੀ ਜੀ, ਇਹ ਤਾਂ ਨਹੀਂ ਗੱਲ ਸੰਪਰਦਾਇ ਵਿਦਿਅਕ ਪ੍ਰਣਾਲੀ ਦੀ। ਆਪ ਜੀ ਨਿਹੰਗ ਸਿੰਘ ਜਥੇਬੰਦੀਆਂ 'ਚ ਵਿਚਰਦੇ ਹੋ, ਸ਼ਸਤਰ ਵਿਦਿਆ ਤੇ ਸ਼ਸਤਰਾਂ ਦਾ ਸਤਿਕਾਰ ਨਿਹੰਗ ਸਿੰਘ ਜਥੇਬੰਦੀਆਂ ਵਿੱਚ, ਸੰਪਰਦਾਵਾਂ ਵਿੱਚ, ਸਮੁੱਚੇ ਖਾਲਸਾ ਪੰਥ ਵਿੱਚ ਕੀਤਾ ਜਾਂਦਾ ਹੈ। ਹੁਣ ਅੱਜ ਕੱਲ੍ਹ ਵਿੱਚ ਹੀ ਦਸ਼ਮ ਗ੍ਰੰਥ ਦੇ ਇੱਕ ਵਿਰੋਧੀ ਵਿਦਵਾਨ ਕਥਾਵਾਚਕਾਂ ਨੇ, ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ, ਚਲੋ ਸਾਡੇ ਕਥਾਵਾਚਕ ਨੇ, ਉਹਨਾਂ ਦਾ ਇਹ ਕਹਿਣਾ ਕਿ ਜੀ ਇਹ ਦਸ਼ਮ ਗ੍ਰੰਥ ਦੀ ਜਿਹੜੀ ਬਚਿੱਤਰ ਨਾਟਕ ਬਾਣੀ ਹੈ, ਇਸ ਦੀ ਤਾਂ ਸ਼ੁਰੂਆਤ ਹੀ ਨਮਸਕਾਰ ਸੀ ਖੜਕ ਕੋ ਤੋਂ ਹੁੰਦੀ ਹੈ, ਤੇ ਗੁਰੂ ਗ੍ਰੰਥ ਸਾਹਿਬ ਵਿਚਲਾ ਜਿਹੜਾ ਰੱਬ ਦਾ ਸੰਕਲਪ ਹੈ, ਅਕਾਲ ਪੁਰਖ ਦਾ ਸੰਕਲਪ ਹੈ, ਉਹ ਇੱਕ ਤਰੀਕੇ ਨਾਲ ਅਹਿੰਸਾਵਾਦੀ ਰੱਬ ਦਾ ਪ੍ਰਗਟਾਵਾ ਕਰਦਾ ਹੈ, ਤੇ ਦਸ਼ਮ ਗ੍ਰੰਥ ਵਿਚਲਾ ਜਿਹੜਾ ਰੱਬ ਹੈ ਉਸ ਦੀ ਸ਼ੁਰੂਆਤ ਹੀ ਸ਼ਸਤਰਾਂ ਤੋਂ ਔਰ ਹਿੰਸਾ ਤੋਂ ਔਰ ਮਾਰਕਾਟ ਤੋਂ ਔਰ ਖੂਨ ਖਰਾਬੇ ਤੋਂ ਹੁੰਦੀ ਹੈ। ਤੇ ਇਹ ਜਿਹੜਾ ਪੰਜਾਬ 'ਚ ਪਿਛਲਾ ਲੰਮਾ ਦੌਰ ਪੰਜਾਬ ਨੇ ਸੰਤਾਪ ਹੰਢਾਇਆ ਹੈ, ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਜੀ ਇਹ ਅੱਤਵਾਦੀ ਤਿਆਰ ਕਰਦਾ ਦਸ਼ਮ ਗ੍ਰੰਥ। ਕਿ ਆਪ ਜੀ ਦਸ਼ਮ ਗ੍ਰੰਥ ਦੀ ਸੰਥਿਆ ਪੜ੍ਹਾ ਕੇ, ਦਸ਼ਮ ਗ੍ਰੰਥ ਪੜ੍ਹਾ ਕੇ ਤੇ ਦਸ਼ਮ ਗ੍ਰੰਥ ਦਾ ਪੱਖ ਪੂਰ ਕੇ ਅੱਤਵਾਦੀ ਤਿਆਰ ਕਰਦੇ ਹੋ ਆਪਣੀਆਂ ਸੰਪਰਦਾਵਾਂ 'ਚ, ਟਕਸਾਲਾਂ 'ਚ? ਸਿੰਘ ਸਾਹਿਬ ਜੀ, ਐਸੀ ਗੱਲ ਬਿਲਕੁਲ ਨਹੀਂ ਹੈ। ਅਸਲ ਵਿੱਚ ਇਹ ਲੋਕ ਜਿਹੜੇ ਦਸਮ ਗ੍ਰੰਥ ਨੂੰ ਨਹੀਂ ਸਮਝ ਸਕੇ, ਜਾਂ ਸਮਝ ਕੇ ਵੀ ਜਾਂ ਅਣਜਾਣਪੁਣੇ ਵਿੱਚ ਜੇ ਜਾਣ ਕੇ ਇਸ ਚੀਜ਼ ਨੂੰ ਨਜ਼ਰਅੰਦਾਜ਼ ਕਰਨਾ ਚਾਹੁੰਦੇ ਆ, ਅਸਲ ਵਿੱਚ ਮੀਰੀ ਪੀਰੀ ਦੇ ਸਿਧਾਂਤ ਨੂੰ ਇਹ ਖਤਮ ਕਰਨਾ ਚਾਹੁੰਦੇ ਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਇਹ ਵੇਖਿਆ ਕਿ ਸਾਡੇ ਧਾਰਮਿਕ ਸਥਾਨਾਂ ਤੇ ਜਾਂ ਧਾਰਮਿਕ ਗੁਰੂਆਂ ਤੇ ਇਤਨੇ ਅਤਿਆਚਾਰ ਹੋ ਰਹੇ, 5ਵੇਂ ਪਾਤਸ਼ਾਹ ਨੂੰ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ, ਤੇ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਕਿ ਲੋਕ ਆਪਣੇ ਧਰਮ ਨੂੰ, ਆਪਣੇ ਦੇਸ਼ ਨੂੰ, ਆਪਣੀ ਕੌਮ ਨੂੰ, ਆਪਣੀ ਜਾਤੀ ਨੂੰ, ਆਪਣੀ ਸੱਭਿਅਤਾ ਨੂੰ ਕਿਵੇਂ ਬਚਾਉਣਗੇ, ਮੀਰੀ ਪੀਰੀ ਦੀਆਂ ਤੇਗਾਂ ਸੱਚੇ ਪਾਤਸ਼ਾਹ ਜੀ ਨੇ ਧਾਰਨ ਕੀਤੀਆਂ। ਔਰ 5 ਗੁਰੂ ਸਾਹਿਬਾਨ ਨੇ ਰਾਜਸੀ ਠਾਠ ਰੱਖਿਆ, 5 ਪਹਿਲੇ ਗੁਰੂ ਸਾਹਿਬਾਨ ਨੇ ਸ਼ਾਂਤਮਈ ਸਰੂਪ ਵਿੱਚ ਧਰਮ ਪ੍ਰਚਾਰ ਕੀਤਾ, ਪਰ ਅੰਦਰਲਾ ਸਿਧਾਂਤ ਜਿਹੜਾ ਸੀ ਉਹ ਇੱਕੋ ਹੀ ਸੀ। ਇੱਕ ਓੰਕਾਰ ਦੀ ਉਪਾਸਨਾ ਹੀ ਸਾਨੂੰ ਦੱਸੀ, ਅਕਾਲ ਪੁਰਖ ਨਾਲ ਹੀ ਜੋੜਿਆ। ਅਕਾਲ ਪੁਰਖ ਸਾਰਿਆਂ ਰੂਪਾਂ ਵਿੱਚ ਹੈ। ਸ੍ਰੀ ਗੁਰੂ ਗ੍ਰੰਥ, ਜਿਹੜੇ ਸੱਜਣ ਦਸਮ ਗ੍ਰੰਥ ਦਾ ਵਿਰੋਧ ਕਰਦੇ ਹਨ, ਉਹ ਗੁਰੂ ਗ੍ਰੰਥ ਸਾਹਿਬ ਦਾ ਵਿਰੋਧ ਵੀ ਕਰਨਗੇ ਜੇ ਇਸੇ ਤਰ੍ਹਾਂ ਉਹਨਾਂ ਦਾ ਪਾਰਖੂ ਤਰੀਕਾ ਰਿਹਾ, ਜਿਸ ਨਜ਼ਰੀਏ ਨਾਲ ਅੱਜ ਦਸਮ ਗ੍ਰੰਥ ਨੂੰ ਦੇਖ ਰਹੇ ਹੈ ਕਿ ਇਹ ਹਿੰਸਾਵਾਦੀ ਹੈ। ਇਹ ਮੈਂ ਪੁੱਛਣਾ ਚਾਹੁੰਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਇੱਕ ਮੁਰਾਰ ਸ਼ਬਦ ਆਉਂਦਾ ਹੈ। ਮੁਰਾਰ ਸ਼ਬਦ ਦਾ ਅਰਥ ਹੈ ਮੁਰ ਨਾਮ ਦੇ ਰਾਖਸ਼ ਨੂੰ ਮਾਰਨ ਵਾਲਾ। ਉਹ ਗੁਰੂ ਗ੍ਰੰਥ ਸਾਹਿਬ 'ਚ ਬਾਰ-ਬਾਰ ਆਉਂਦਾ ਹੈ, ਮੁਰਾਰੀ। ਜੇ ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਰਾਖਸ਼ਾਂ ਨੂੰ ਮਾਰਨ ਵਾਲਾ ਇਹ ਪ੍ਰਵਾਨ ਕਰਦੇ ਆ, ਤਾਂ ਦਸਮ ਗ੍ਰੰਥ ਦੇ ਵੀ ਇਹ ਸ਼ਬਦ ਇਹਨਾਂ ਨੂੰ ਪ੍ਰਵਾਨ ਕਰਨੇ ਪੈਣਗੇ। ਇੱਕ ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਆਉਂਦਾ ਹੈ ਸਾਰੰਗਪਾਣ। ਸਾਰੰਗਪਾਣ ਦਾ ਮਤਲਬ ਹੈ ਸਾਰੰਗ ਨਾਮ ਦਾ ਧਨੁਸ਼, ਜਿਹੜਾ ਕਿ ਪਸ਼ੂ ਦੇ ਸਿੰਗਾਂ ਨੂੰ ਗਰਮ ਕਰਕੇ ਜੋੜ ਜੋੜ ਕੇ ਬਣਾਇਆ ਜਾਂਦਾ, ਬੜਾ ਲਚਕੀਲਾ ਹੁੰਦਾ। ਉਹ ਜਿਹੜਾ ਸਾਰੰਗ ਧਨੁਸ਼ ਹੁੰਦਾ ਹੈ, ਉਹ ਜਿਹਦੇ ਹੱਥ ਵਿੱਚ ਪਾਨ ਮੈਨੇ ਹੱਥ, ਜਿਹਦੇ ਹੱਥ ਵਿੱਚ ਹੁੰਦਾ ਉਹ ਸਾਰੰਗਪਾਣ ਹੈ। ਬਾਰ-ਬਾਰ ਗੁਰੂ ਗ੍ਰੰਥ ਸਾਹਿਬ ਸਾਰੰਗਪਾਣ ਸ਼ਬਦ ਆਉਂਦਾ ਪਰਮਾਤਮਾ ਦੇ ਸੰਬੰਧ ਵਿੱਚ। ਇਹਦਾ ਪਰਮਾਤਮਾ ਸਰਬ ਸ਼ਕਤੀਮਾਨ ਹੈ। ਔਰ ਗੁਰੂ ਗ੍ਰੰਥ ਸਾਹਿਬ 'ਚ ਇੱਕ ਹੋਰ ਪੰਕਤੀ ਆਉਂਦੀ, ਸੰਖ ਚੱਕਰ ਮਾਲਾ ਤਿਲਕ ਵਿਰਾਜਿਤ ਦੇਖ ਪ੍ਰਤਾਪ ਜਮ ਡਰਿਓ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਵੀ ਜਿਹਦੇ ਹੱਥ ਵਿੱਚ ਸੰਖ, ਚੱਕਰ, ਮਾਲਾ, ਤਿਲਕ ਸੋਭਾ ਪਾ ਰਹੇ ਹੈ, ਉਹ ਪਰਮੇਸ਼ਰ ਦਾ ਸਰੂਪ ਹੈ। ਇਹ ਸਰਗੁਣ ਸਰੂਪ, ਨਿਰਗੁਣ ਸਰੂਪ ਗੁਰੂ ਗ੍ਰੰਥ ਸਾਹਿਬ 'ਚ ਕਥਨ ਕੀਤੇ ਗਏ ਹੈ।
ਤੇ ਇਸੇ ਤਰ੍ਹਾਂ ਹੀ ਦਸਮ ਗ੍ਰੰਥ ਸਾਹਿਬ ਉਸੇ ਚੀਜ਼ ਨੂੰ ਅੱਗੇ ਵਧਾਇਆ ਗਿਆ। ਜਿਵੇਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਜੋ ਸਿਧਾਂਤ ਦਿੱਤਾ ਉਹਦੀ ਵਿਆਖਿਆ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਕੀਤੀ, ਅਗੇ ਗੁਰੂ ਅਮਰਦਾਸ ਸਾਹਿਬ ਜੀ ਨੇ ਵਾਧਾ ਕੀਤਾ, ਗੁਰੂ ਪੰਜਵੇਂ ਪਾਤਸ਼ਾਹ ਜੀ ਤੱਕ, ਨੌਵੇਂ ਪਾਤਸ਼ਾਹ ਤੱਕ ਉਹ ਸਿਧਾਂਤ ਵੱਧਦਾ। ਦਸਵੇਂ ਪਾਤਸ਼ਾਹ ਮਹਾਰਾਜ ਨੇ ਉਹ ਵੀਰਤਾ ਦੇ ਸਿਧਾਂਤ ਨੂੰ, ਕਿਉਂਕਿ ਬਹੁਤ ਜ਼ਿਆਦਾ ਲੋੜ ਸੀਗੀ, ਉਸ ਨੂੰ ਵੱਡੇ ਰੂਪ ਦੇ ਵਿੱਚ ਪ੍ਰਚਾਰਿਆ। ਅੱਜ ਖਾਲਸਾ ਪੰਥ ਅੱਤਵਾਦੀ ਨਹੀਂ ਹੈ, ਬਲਕਿ ਦਸਮ ਗ੍ਰੰਥ ਦੇ ਇੱਕ ਰੂਪ ਜਿਹੜਾ ਪਟਨਾ ਸਾਹਿਬ ਵਾਲਾ ਸਰੂਪ ਹੈ, ਉਹਦੇ ਚ ਇੱਕ ਪੰਕਤੀ ਇਹ ਵੀ ਆਉਂਦੀ ਹੈ ਮਹਾਰਾਜ ਸਾਹਿਬ ਜੀ ਦੀ ਕਿ ਯੁੱਧ ਕਰੇ ਤਬ ਸ਼ਾਂਤ, ਕਿ ਹਮੇਸ਼ਾ ਸ਼ਾਂਤੀ ਯੁੱਧ ਤੋਂ ਬਾਅਦ ਹੁੰਦੀ ਹੈ। ਕਿਉਂਕਿ ਜਦੋਂ ਦੋ ਆਪਸ 'ਚ ਲੜੀ ਜਾਣਗੇ, ਉਹ ਕੁੜ-ਕੁੜ ਕਰੀ ਜਾਣਗੇ, ਜਦੋਂ ਉਹਨਾਂ ਦੀ ਚੰਗੀ ਲੜਾਈ ਹੋ ਜਾਵੇਗੀ ਤੇ ਸਿਆਣੇ ਬੰਦੇ ਆ ਕੇ ਕਹਿਣਗੇ ਵੀ ਹੁਣ ਬਸ ਕਰੋ, ਸ਼ਾਂਤ ਹੋ ਜਾਓ। ਇਸ ਤਰ੍ਹਾਂ ਸ਼ਾਂਤੀ ਹਮੇਸ਼ਾ ਯੁੱਧ ਤੋਂ ਬਾਅਦ, ਸੰਸਾਰ ਦੇ ਵਿੱਚ ਵੀ ਯੁੱਧ ਤੋਂ ਬਾਅਦ ਸ਼ਾਂਤੀ ਹੁੰਦੀ ਹੈ। ਧਰਮ ਯੁੱਧ ਕਰਨ ਦਾ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ, ਕਿਸੇ ਨਿਹੱਥੇ ਬੰਦੇ ਨੂੰ ਮਾਰਨ ਦਾ, ਕਿਸੇ ਤੇ ਅਤਿਆਚਾਰ ਕਰਨ ਦਾ ਉਪਦੇਸ਼ ਨਹੀਂ ਦਿੱਤਾ। ਸ਼ਸਤਰਧਾਰੀ ਹੋਣ ਦਾ ਮਤਲਬ ਧਰਮ ਦੀ ਰੱਖਿਆ ਔਰ ਜ਼ੁਲਮ ਦਾ ਨਾਸ, ਅਤਿਆਚਾਰ ਦਾ ਨਾਸ ਕਰਨਾ ਹੈ। ਦਸਮ ਗ੍ਰੰਥ ਸਾਹਿਬ ਦੇ ਵਿੱਚ ਜੋ ਖੜਗ ਪਾਣ, ਸ੍ਰੀ ਅਸ ਤੁਜ, ਸ੍ਰੀ ਅਸਕੇਤ ਸ਼ਬਦ ਆਉਂਦੇ ਹੈ, ਉਹ ਅਕਾਲ ਪੁਰਖ ਵਾਹਿਗੁਰੂ ਨੂੰ ਸਰਬ ਸ਼ਕਤੀਮਾਨ ਦੱਸੇ। ਇਹਦੇ ਨਾਲ ਨਾਲ ਹੋਰ ਰੂਪ ਵੀ ਗੁਰੂ ਸਾਹਿਬ ਜੀ ਦੇ ਆਉਂਦੇ, ਇਹਨਾਂ ਲੋਕਾਂ ਨੂੰ ਉਹ ਰੂਪ ਨਜ਼ਰ ਨਹੀਂ ਆ ਰਹੇ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖੇ, ਦਸਮ ਗ੍ਰੰਥ ਇਹ ਵੀ ਲਿਖਿਆ ਹੈ, ਕਹੂੰ ਫੂਲ ਵੈ ਕੈ ਭਲੀ ਭਾਂਤ ਫੂਲੇ, ਕਹੂੰ ਭਵਰ ਵੈ ਕੈ ਭਲੀ ਭਾਂਤ ਫੂਲੇ, ਕਿ ਹੇ ਪ੍ਰਮਾਤਮਾ ਕਿਤੇ ਤੂੰ ਫੁੱਲ ਬਣ ਕੇ ਖਿੜਿਆ ਹੋਇਆ ਤੇ ਕਿਤੇ ਭੌਰਾ ਬਣ ਕੇ ਉਹਦੇ ਉੱਤੇ ਤੂੰ ਮੰਡਰਾ ਰਿਹਾ। ਇਹ ਵੀ ਤਾਂ ਗੁਰੂ ਦਸਮ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੇ ਵਿੱਚ ਪਰਮੇਸ਼ਰ ਦੇ ਸਰੂਪ ਦੱਸੇ ਆ। ਇਹ ਸ਼ਾਂਤ ਸਰੂਪ ਵੀ ਦੱਸੇ ਆ, ਬੀਰ ਰਸ ਵਾਲੇ ਵੀ ਦੱਸੇ ਆ, ਸ਼ਿੰਗਾਰ ਰਸ ਵਾਲੇ ਵੀ ਦੱਸੇ ਆ। ਜਿੰਨੇ ਰਸ ਹਨ ਕਾਵ ਦੇ, ਉਹਨਾਂ ਸਾਰਿਆਂ ਨੂੰ ਵਰਤ ਕੇ ਗੁਰੂ ਗੋਬਿੰਦ ਸਿੰਘ ਨੇ ਪਰਮੇਸ਼ਰ ਦੀ ਉਸਤਤ ਕੀਤੀ ਹੈ। ਔਰ ਜਿਹੜੇ ਸ਼ਸਤਰ ਬੀਰ ਰਸ ਵਾਲੇ ਕੀਤੇ ਆ, ਉਹਦਾ ਭਾਵ ਹੈ ਕਿ ਜਿਹੜਾ ਮਜਲੂਮ ਵਿਅਕਤੀ ਹੈ ਉਹ ਉਹਨੂੰ ਪੜ੍ਹ ਕੇ ਸੂਰਬੀਰ ਬਹਾਦਰ ਬਣ ਕੇ ਆਪਣੇ ਧਰਮ ਦੀ, ਆਪਣੇ ਸਮਾਜ ਦੀ, ਆਪਣੇ ਸਰੀਰ ਦੀ, ਆਪਣੀ ਜਾਤੀ ਦੀ ਰੱਖਿਆ ਕਰ ਸਕੇ। ਇਹ ਪ੍ਰਯੋਜਨ ਹੈ ਦਾ ਸ਼ਸਤਰ ਧਾਰਨ ਕਰਨ ਦਾ। ਜਿਹੜੇ ਲੋਕ ਅੱਜ ਦਸਮ ਗ੍ਰੰਥ ਦੇ ਵਿਰੋਧ 'ਚ ਕਹਿ ਰਹੇ ਆ ਵੀ ਅੱਤਵਾਦੀ ਬਣਾਉਂਦਾ ਹੈ, ਜਾਂ ਉਹ ਕਥਾ ਵਿੱਚ ਕਹਿ ਰਹੇ ਆ, ਉਹ ਆਪ ਵੀ ਗਲ ਵਿੱਚ ਕਿਰਪਾਨ ਪਾਈ ਫਿਰਦੇ ਆ ਤੇ 3 ਫੁੱਟੀ ਕਿਰਪਾਨ ਹੱਥ 'ਚ ਵੀ ਫੜਦੇ ਆ। ਔਰ ਉਹੀ ਲੋਕ ਜੇ ਦਸਮ ਗ੍ਰੰਥ ਸਾਹਿਬ ਜੀ ਦੀ ਇਸ ਗੱਲ ਨੂੰ ਕਹਿਣਗੇ ਤਾਂ ਪਹਿਲਾਂ ਉਹਨਾਂ ਨੂੰ ਬੇਨਤੀ ਹੈ ਵੀ ਉਹ ਕਿਰਪਾਨਾਂ ਛੱਡਣ, ਜੇ ਉਹ ਸਿੱਖ ਹਨ। ਐਜੇ ਸਿੱਖ ਹੋਣ ਦੇ ਨਾਤੇ ਤਾਂ ਉਹਨਾਂ ਨੂੰ ਅਸੀਂ ਇਹ ਸਵਾਲ ਕਰਾਂਗੇ। ਹਾਂ, ਜੇ ਦੂਸਰੀਆਂ ਕੌਮਾਂ ਦੇ ਲੋਕਾਂ ਦੇ ਮਨ 'ਚ ਕੋਈ ਸ਼ੰਕਾ ਹੋਇਆ ਤਾਂ ਉਹਦਾ ਵੀ ਜਵਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ, ਉਹ ਦਸਮ ਗ੍ਰੰਥ ਦੀ ਬਾਣੀ ਦੇ ਆਧਾਰ ਤੇ, ਔਰ ਜਿਹੜੇ ਧਰਮ ਨੂੰ ਉਹ ਮੰਨਦੇ ਹਨ ਉਹਨਾਂ ਧਰਮ ਗ੍ਰੰਥਾਂ ਦੇ ਆਧਾਰ ਤੇ ਵੀ ਅਸੀਂ ਜਵਾਬ ਦੇਣ ਨੂੰ ਤਿਆਰ। ਯਾਨੀ ਜੀ ਦੂਸਰੀ ਗੱਲ ਜਿਹੜੀ ਦਸ਼ਮ ਗ੍ਰੰਥ ਬਾਰੇ ਕਹੀ ਜਾਂਦੀ ਹੈ, ਆਪ ਜੀ ਨੇ ਦਸ਼ਮ ਗ੍ਰੰਥ ਦੀ ਸੰਥਿਆ ਕੀਤੀ ਹੋਏਗੀ ਆਪਣੀ ਸੰਪਰਦਾਇ 'ਚ, ਜਿੱਥੋਂ ਆਪ ਜੀ ਪੜ੍ਹੇ ਹੋ, ਕਿ ਦਸ਼ਮ ਗ੍ਰੰਥ ਵਿੱਚ ਬਹੁਤ ਸਾਰੇ ਕਾਮ ਨਾਲ ਸੰਬੰਧਿਤ ਚਰਿੱਤਰ ਪਖਿਆਨ 'ਚ ਖਾਸ ਤੌਰ ਤੇ ਕਹਾਣੀਆਂ ਕਿਸੇ ਇਹੋ ਜਿਹੇ ਆਉਂਦੇ ਜਿਨ੍ਹਾਂ ਦੀ ਕਥਾ ਆਮ ਸੰਗਤ 'ਚ ਨਹੀਂ ਕੀਤੀ ਜਾ ਸਕਦੀ। ਤੇ ਦਸ਼ਮ ਗ੍ਰੰਥ ਦੇ ਵਿਰੋਧੀ ਵਿਦਵਾਨਾਂ ਦਾ ਮਤ ਇਹ ਹੈ ਕਿ ਵੀ ਇਸ ਦੇ ਨਾਲ ਸਮਾਜ ਵਿੱਚ ਵਿਕਰਤੀ ਆਏਗੀ, ਸਮਾਜ 'ਚ ਅਸ਼ਲੀਲਤਾ ਫੈਲੇਗੀ, ਲੋਕ ਜਿਹੜੇ ਹੈ ਉਹ ਕੁਰਾਏ ਪੈਣਗੇ। ਕੀ ਪ੍ਰਯੋਜਨ ਰਿਹਾ ਹੈ ਚਰਿੱਤਰ ਪਖਿਆਨ ਰਚਨਾ ਦਾ? ਕੀ ਕੋਈ ਐਸੇ ਚਰਿੱਤਰ ਹਨ ਜਿਹੜੇ ਕਿ ਕਾਮ ਵੱਲ ਪ੍ਰੇਰਿਤ ਕਰਦੇ ਹੈ ਜਾਂ ਬਦਮਾਸ਼ੀ ਵੱਲ ਪ੍ਰੇਰਿਤ ਕਰਦੇ ਹੈ? ਸਿੰਘ ਸਾਹਿਬ ਜੀ, ਐਸਾ ਕੋਈ ਚਰਿੱਤਰ ਨਹੀਂ ਹੈ ਜਿਹਦੇ ਵਿੱਚ ਇਹ ਕਿਹਾ ਜਾਵੇ ਵੀ ਇਹ ਨੀਚ ਕੰਮ ਤੁਸੀਂ ਕਰੋ। ਜਦੋਂ ਅਸੀਂ ਕਿਸੇ ਨੂੰ ਦੱਸਣਾ ਵੀ ਇਹ ਕੰਮ ਨੀਚ ਹੈ ਤਾਂ ਉਹ ਨੀਚ ਕਿਵੇਂ ਹੈ, ਉਹ ਕਿੱਦਾਂ ਹੈ, ਉਹਦਾ ਸਾਰਾ ਵਿਸਥਾਰ ਕਰਕੇ ਦੱਸਣਾ ਪੈਂਦਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਆਪਣਾ ਸਿਧਾਂਤ ਹੈ ਉਹ ਇਹਨਾਂ ਪੰਕਤੀਆਂ 'ਚ ਦੱਸ ਦਿੱਤਾ ਹੈ ਕਿ ਸੁਧ ਜਬ ਤੇ ਹਮ ਧਰੀ ਬਚਨ ਗੁਰਦਏ ਹਮਾਰੇ, पूत यह प्रण तोहे प्राण जब लग कट थारे, निज नारी के साथ नित तुम ने बढ़इयो, पर नारी की सेज भूल सुपने हो न जाइयो। ਜਿਹੜੀਆਂ ਉਹ ਕਹਾਣੀਆਂ ਬਣਾ ਕੇ ਦਸੀਆਂ ਹਨ, ਉਹ ਕਹਾਣੀਆਂ ਬਣਾ ਕੇ ਸਾਨੂੰ ਸਮਝਾਇਆ ਵੀ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਲੋਕ ਫਸਦੇ ਹਨ ਜਾਲ ਦੇ ਵਿੱਚ। ਉਹਦੇ ਜਾਲ ਜਿਹੜਾ ਇਹ ਕੇਵਲ ਇਸਤਰੀ ਚਰਿੱਤਰ ਹੀ ਨਹੀਂ, ਪੁਰਖ ਚਰਿੱਤਰ ਵੀ ਹਨ। ਐਸੀਆਂ ਇਸਤਰੀਆਂ ਦੇ ਚਰਿੱਤਰ ਵੀ ਹਨ ਜਿਨ੍ਹਾਂ ਨੇ ਚਰਿੱਤਰ ਖੇਡ ਕੇ ਆਪਣਾ ਜਤ ਸਤ ਕਾਇਮ ਰੱਖਿਆ, ਆਪਣਾ ਚਰਿੱਤਰ ਬਚਾਇਆ, ਆਪਣਾ ਧਰਮ ਬਚਾਇਆ। ਐਸੇ ਪੁਰਸ਼ ਵੀ ਹਨ ਜਿਨ੍ਹਾਂ ਨੇ ਆਪਣਾ ਧਰਮ ਬਚਾਇਆ, ਐਸੇ ਵੀ ਹਨ ਜਿਨ੍ਹਾਂ ਨੇ ਆਪਣਾ ਧਰਮ ਗਵਾਇਆ, ਦੂਜਿਆਂ ਦਾ ਧਰਮ ਵੀ ਖਰਾਬ ਕੀਤਾ। ਜੋ ਸਮਾਜ ਵਿੱਚ ਹੋ ਰਿਹਾ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੀ ਜੀਵਨ ਕਥਾ 'ਚ ਪਹਿਲਾਂ ਦੱਸ ਦਿੱਤਾ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਤਮਾਸ਼ੇ 'ਚ ਚੰਗੇ ਸੀਨ ਵੀ ਆਉਂਦੇ ਆ, ਮਾੜੇ ਸੀਨ ਵੀ ਆਉਂਦੇ ਆ। ਜੋ ਕੁਝ ਤਮਾਸ਼ੇ 'ਚ ਆਉਂਦਾ ਗੁਰੂ ਸਾਹਿਬ ਨੇ ਉਹਦਾ ਬਿਆਨ ਕਰ ਦਿੱਤਾ। ਸੰਸਾਰ 'ਚ ਜੋ ਹੋ ਰਿਹਾ ਸੀਗਾ, ਉਹ ਇਹ ਨਹੀਂ ਕਹਿ ਰਹੇ ਵੀ ਜੋ ਮਾੜਾ ਹੋ ਰਿਹਾ ਤੁਸੀਂ ਕਰੋ, ਬਲਕਿ ਉਹਨਾਂ ਨੇ ਨੈਗੇਟਿਵ ਤੇ ਪੋਜ਼ਿਟਿਵ ਦੋਵੇਂ ਪੱਖ ਸਾਹਮਣੇ ਰੱਖੇ ਹੈ
ਤੇ ਉਹਦੇ ਚ ਸਾਨੂੰ ਆਪਣਾ ਕਲਗੀਧਰ ਪਾਤਸ਼ਾਹ ਨੇ ਆਪਣਾ ਸਿਧਾਂਤ ਇਹ ਦੱਸਿਆ ਵੀ ਨਿਜ ਨਾਰੀ ਕੇ ਸਾਧ ਨੇ ਤੁਮਨੇ ਬਡਈਓ ਪਰ ਨਾਰੀ ਕੀ ਸੇਜ ਪੂਰ ਸੁਪਨੇ ਨ ਜਈਓ। ਜਿਹੜੀ ਅਸ਼ਲੀਲਤਾ ਵਾਲੀ ਗੱਲ ਹੈ, ਜੇ ਇਦਾਂ ਪੰਕਤੀਆਂ ਦੇ ਅਸ਼ਲੀਲ ਅਰਥ ਕਰਨ ਦੀ ਕਹਿ ਰਿਹਾ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਵੀ ਕਈ ਪਦ ਐਸੇ ਹਨ ਜਿਨ੍ਹਾਂ ਦੀ ਵਿਆਖਿਆ ਅੱਖਰ ਟੂ ਅੱਖਰ ਅਸੀਂ ਨਹੀਂ ਕਰ ਸਕਦੇ। ਜੋ ਅੱਖਰ ਟੂ ਅੱਖਰ ਵਿਆਖਿਆ ਕਰਦੇ ਆ ਤਾਂ ਉਹਦੇ ਅਰਥ ਜਿਹੜੇ ਆ ਬੀਬੀਆਂ ਜਿਹੜੀਆਂ ਨੇ ਉਹ ਸਰੇਆਮ ਨਹੀਂ ਸੁਣ ਸਕਦੀਆਂ। ਜਿਵੇਂ ਕਿ ਉਤੰਗੀ ਪੈਓਹਰੀ ਗਹਿਰੀ ਗੰਭੀਰੀ ਸਸੁੜ ਸੋਈਆ ਕਿਵ ਕਰੀ ਨਿਮਣ ਨਾ ਜਾਏ ਥਣੀ। ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਇਸਤਰੀ ਨੂੰ ਉਪਦੇਸ਼ ਦਿੰਦਿਆਂ ਹੋਇਆ ਕਿਹਾ ਵੀ ਤੂੰ ਸੱਸ ਨੂੰ ਮੱਥਾ ਕਿਉਂ ਨਹੀਂ ਟੇਕ ਰਹੀ। ਉਹ ਕਹਿੰਦੀ ਮੇਰੇ ਛਾਤੀ ਦਾ ਭਾਰ ਹੈ ਕਿ ਮੈਂ ਆਪਣੀ ਸੱਸ ਅੱਗੇ ਝੁਕ ਨਹੀਂ ਸਕਦੀ। ਨਿਮਣ ਨਾ ਜਾਏ ਥਣੀ, ਥਣੀ ਸ਼ਬਦ ਗੁਰੂ ਸਾਹਿਬ ਨੇ ਵਰਤਿਆ। ਥਣ ਸ਼ਬਦ ਪੰਜਾਬੀ ਦਾ ਜਿਹਦਾ ਸੰਸਕ੍ਰਿਤ ਮੂਲ ਆਸਥਨ ਹੈ, ਜਿਹਦਾ ਮਤਲਬ ਹੈ ਦੁੱਧ ਪੀਣ ਵਾਲੇ ਸਥਾਨ। ਸੋ ਇਹ ਜੇ ਇਦਾਂ ਅੱਖਰਾਂ ਦੇ ਅਰਥ ਕਰਾਂਗੇ ਇਦਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵੀ, ਤਾਂ ਇਹਨਾਂ ਲੋਕਾਂ ਦੇ ਮਨ ਦੇ ਵਿੱਚ ਇਹ ਸ਼ੰਕਾ ਪਏਗਾ ਵੀ ਇਹ ਵੀ ਅਸ਼ਲੀਲਤਾ ਹੈ। ਐਸੀ ਕੋਈ ਗੱਲ ਨਹੀਂ, ਭਾਵਨਾ ਹੁੰਦੀ। ਮਾਂ ਦਾ ਦੁੱਧ ਪੀਣ ਲੱਗਿਆਂ ਬੱਚੇ ਦੇ ਮਨ 'ਚ ਅਸ਼ਲੀਲਤਾ ਨਹੀਂ ਹੁੰਦੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹ ਸਾਰੇ ਪ੍ਰਤੀਕ ਸਾਰੇ ਬਿੰਬ ਵਰਤੇ ਆ, ਸਾਨੂੰ ਸਮਝਾਇਆ ਹੈ ਵੀ ਇਹ ਚੀਜ਼ਾਂ ਇਦਾਂ ਹੁੰਦੀਆਂ ਨੇ ਔਰ ਇਹਦੇ ਵਿੱਚ ਬੰਦਾ ਗਰਕ ਹੋ ਕੇ ਆਪਣਾ ਧਰਮ ਇਮਾਨ ਇਖਲਾਕ ਗਵਾ ਲੈਂਦਾ। ਇਸ ਤੋਂ ਬਚਣ ਦੀ ਕੋਸ਼ਿਸ਼ ਕਰੋ। ਬਾਰ-ਬਾਰ ਗੁਰੂ ਸਾਹਿਬ ਇਹ ਕਹਿੰਦੇ ਆ ਸ਼ਰਾਬ ਆਦਿਕ ਨਸ਼ਿਆਂ ਦਾ ਖੰਡਨ ਹੈ। ਜਿਹੜੇ ਲੋਕ ਕਹਿੰਦੇ ਵੀ ਚਰਿਤਰਾਂ 'ਚ ਨਸ਼ਿਆਂ ਦੀ ਆਗਿਆ ਦਿੱਤੀ ਹੈ, ਕਿਸੇ ਜਗ੍ਹਾ ਵੀ ਮਹਾਰਾਜ ਨਸ਼ਿਆਂ ਦੀ ਆਗਿਆ ਨਹੀਂ ਦਿੱਤੀ। ਨੈਗੇਟਿਵ ਤੇ ਪੋਜ਼ਿਟਿਵ ਪੱਖ ਆਹਮਣੇ ਸਾਹਮਣੇ ਉਹ ਚਰਿੱਤਰ ਦੇ ਵਿੱਚ ਦੱਸੇ ਆ। ਨੈਗੇਟਿਵ ਪੱਖ ਦੱਸਿਆ ਵੀ ਨਸ਼ੇ ਕਰਨ ਵਾਲਿਆਂ ਦਾ ਆਹ ਹਾਲ ਹੁੰਦਾ, ਉਹ ਕਿਵੇਂ ਮਰਦੇ ਆ, ਕਿਵੇਂ ਗਰਕ ਹੁੰਦੇ ਆ, ਕਿਵੇਂ ਤਬਾਹ ਹੁੰਦੇ ਆ। ਇਹ ਉਹ ਪੰਕਤੀਆਂ ਨਹੀਂ ਪੜ੍ਹਦੇ, ਦੂਜਾ ਪੱਖ ਪੜ੍ਹ ਲੈਂਦੇ ਆ। ਤੋ ਇਹ ਚੀਜ਼ਾਂ ਨੂੰ ਗੁਰੂ ਸਾਹਿਬ ਜੀ ਨੇ ਸਾਰੇ ਪਾਸੇ ਲਿਖ ਕੇ ਅਖੀਰ 'ਚ ਵਚਨ ਵੀ ਉਹ ਚਰਿੱਤਰਾਂ 'ਚ ਲਿਖਿਆ, ਇੱਕ ਤਰੁਣ ਦੂਜੇ ਮਦੀ ਤੀਜੇ ਅਤ ਧਨ ਧਾਮ ਪਾਪ ਕਰੇ ਬਿਨ ਨਹਿ ਬਚੇ ਬਚੇ ਬਚਾਵੇ ਰਾਮ। ਇੱਕ ਜਵਾਨੀ ਦੀ ਉਮਰ ਹੋਵੇ, ਸ਼ਰਾਬ ਪੀਤੀ ਹੋਵੇ, ਪੈਸਾ ਬਹੁਤ ਹੋਵੇ, ਉਹ ਬੰਦਾ ਪਾਪਾਂ 'ਚ ਡੁੱਬ ਜਾਏਗਾ ਤੇ ਉਹਨੂੰ ਰੱਬ ਹੀ ਬਚਾਵੇ ਤਾਂ ਬਚਾਵੇ, ਨਹੀਂ ਤਾਂ ਬਚ ਨਹੀਂ ਸਕਦਾ। ਇਹੋ ਜਿਹੀਆਂ ਸਿੱਖਿਆਦਾਇਕ ਜਿਹੜੀਆਂ ਪੰਕਤੀਆਂ ਇਹਨਾਂ ਨੂੰ ਨਜ਼ਰ ਨਹੀਂ ਆਉਂਦੀਆਂ। ਜਿਹੜੀਆਂ ਪੰਕਤੀਆਂ ਗੁਰੂ ਸਾਹਿਬ ਜੀ ਨੇ ਉਹ ਤਮਾਸ਼ੇ ਦੀਆਂ ਸੰਸਾਰ ਦੀਆਂ ਚੱਲਦੇ ਪ੍ਰਵਾਹ ਦੇ ਵਿੱਚ ਇੱਕ ਕੁਦਰਤ ਦਾ ਇੱਕ ਨਿਯਮ ਹੈ ਵੀ ਜਿਸ ਤਰ੍ਹਾਂ ਦਾ ਸਾਹਿਤ ਰਚਿਆ ਜਾ ਰਿਹਾ ਹੋਵੇ, ਜਿਸ ਤਰ੍ਹਾਂ ਦੀ ਰਚਨਾ ਹੋ ਰਹੀ ਹੋਵੇ, ਉਦਾਂ ਦੀ ਸ਼ਬਦਾਵਲੀ ਵੀ ਵਰਤਣੀ ਪੈਂਦੀ। ਕਿਉਂਕਿ ਵਿਸ਼ਾ ਹੀ ਜਿਹੜਾ ਸੀ ਸੰਸਾਰ ਦੇ ਵਿੱਚ, ਕਿਉਂਕਿ ਧਰਮ ਅਰਥ ਕਾਮ ਮੋਖ ਚਾਰੇ ਪਦਾਰਥ ਸੰਸਾਰ ਦੇ ਨੇ, ਪੰਜਵੀਂ ਕੋਈ ਚੀਜ਼ ਨਹੀਂ। ਧਰਮ ਅਰਥ ਕਾਮ ਮੋਖ ਤੋਂ ਇਲਾਵਾ ਕੋਈ ਪੰਜਵੀਂ ਚੀਜ਼ ਨਹੀਂ ਹੈ। ਕਾਮ ਉੱਤੇ ਗੁਰੂ ਸਾਹਿਬ ਜੀ ਗੱਲ ਕਰ ਰਹੇ ਸੀਗੇ, ਇਸ ਕਰਕੇ ਉਹਦਾ ਸਾਰਾ ਹੀ ਵਿਸਥਾਰ ਖੁੱਲ ਕੇ ਗੁਰੂ ਸਾਹਿਬ ਜੀ ਨੇ ਕੀਤਾ ਹੈ। ਵੱਡੇ ਵੱਡੇ ਮਹਾਂਪੁਰਸ਼ ਏਦਾਂ ਕਰਦੇ ਆ। ਤੇ ਜੇ ਕਹਿੰਦੇ ਵੀ ਕਥਾ ਇਹਦੀ ਨਹੀਂ ਹੋ ਸਕਦੀ, ਕਥਾ ਹੋ ਸਕਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਕਥਾ ਹੋ ਸਕਦੀ ਹੈ, ਦਸਮ ਗ੍ਰੰਥ ਦੀ ਵੀ ਕਥਾ ਹੋ ਸਕਦੀ ਹੈ, ਪਰ ਸਰੋਤਾ ਅਧਿਕਾਰੀ ਹੋਣਾ ਚਾਹੀਦਾ ਹੈ। ਆ 14 ਗੁਣ ਸਰੋਤੇ ਦੇ ਹਨ, 14 ਹੀ ਵਕਤਾ ਦੇ ਹਨ। ਭਾਈ ਮਨੀ ਸਿੰਘ ਜੀ ਸ਼ਹੀਦ ਨੇ ਲਿਖੇ ਹਨ। 6ਵੇਂ ਪਾਤਸ਼ਾਹ ਮਹਾਰਾਜ ਨੇ ਸਿੱਖਾਂ ਨੂੰ ਦੱਸੇ ਸੀ, ਉਹ ਭਾਈ ਸਾਹਿਬ ਮਨੀ ਸਿੰਘ ਜੀ ਨੇ ਅੰਕਿਤ ਕੀਤੇ ਹੈ। ਸੂਰਜ ਪ੍ਰਕਾਸ਼ ਵਿੱਚ ਵੀ ਭਾਈ ਸੰਤੋਖ ਨੇ ਅਨੁਵਾਦ ਕੀਤਾ। ਉਹਦੇ ਵਿੱਚ ਵਕਤਾ ਦੇ ਗੁਣ ਵੀ ਨੇ, ਸਰੋਤਾ ਦੇ। ਜੇ ਇਹ ਸਰੋਤੇ ਬਣ ਕੇ ਆ ਜਾਣ, ਸੰਪਰਦਾਵਾਂ 'ਚ ਵਕਤੇ ਹਨ ਜਿਹੜੇ ਇਹਨਾਂ ਨੂੰ ਕਥਾ ਦਸਮ ਗ੍ਰੰਥ ਦੀ ਕੀ ਸਾਰੇ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਸਾਹਿਬ ਦੀ ਭਾਈ ਗੁਰਦਾਸ ਦੀ ਅਸੀਂ ਸੁਣਾ ਸਕਦੇ ਹਾਂ, ਪਰ ਇਹ ਉਹਦੇ ਅਧਿਕਾਰੀ ਬਣਨ। ਜੇ ਹੁਣ MA ਦੀ ਕਿਤਾਬ ਪੜ੍ਹਨੀ ਹੈ ਤਾਂ ਤੁਹਾਨੂੰ BA ਕਰਕੇ ਹੀ ਸਮਝ ਆਵੇਗੀ। 8ਵੀਂ 7ਵੀਂ ਦੇ ਵਿਦਿਆਰਥੀ ਨੂੰ MA PhD ਦੀ ਕਿਤਾਬ ਦੀ ਕੋਈ ਸਮਝ ਨਹੀਂ ਆ ਸਕਦੀ। ਯਾਨੀ ਜੀ ਇੱਕ ਗੱਲ ਹੋਰ ਦਸ਼ਮ ਗ੍ਰੰਥ ਦੇ ਵਿਰੋਧੀ ਵਿਦਵਾਨਾਂ ਵੱਲੋਂ ਕਹੀ ਜਾਂਦੀ ਹੈ, ਜਿਸ ਨੇ ਸਾਡੇ ਨੌਜਵਾਨ ਵਰਗ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਨੌਜਵਾਨ ਵਰਗ ਉਸ ਗੱਲ ਨੂੰ ਬਿਲਕੁਲ ਸਹੀ ਮੰਨ ਕੇ ਚੱਲਦਾ ਹੈ। ਉਹਨਾਂ ਦੀ ਉਸ ਗੱਲ ਦੀ ਸੱਚਾਈ ਅਸੀਂ ਆਪ ਜੀ ਕੋਲੋਂ ਪਰਖਣ ਦੀ ਕੋਸ਼ਿਸ਼ ਕਰਾਂਗੇ। ਕੀ ਦਸ਼ਮ ਗ੍ਰੰਥ ਸਾਨੂੰ ਹਿੰਦੂ ਦੇਵੀ ਦੇਵਤਿਆਂ, ਮਿਥਿਹਾਸ ਤੇ ਕਰਮਕਾਂਡਾਂ ਨਾਲ ਜੋੜਦਾ ਹੈ? ਸਿੰਘ ਸਾਹਿਬ ਜੀ, ਦਸਮ ਗ੍ਰੰਥ ਵਿੱਚ ਜਿੰਨਾ ਦੇਵੀ ਦੇਵਤਿਆਂ ਦਾ, ਕਰਮਕਾਂਡਾਂ ਦਾ, ਹਿੰਦੂ ਮਿਥਿਹਾਸ ਦਾ ਖੰਡਨ ਹੈ, ਇਤਨਾ ਦੁਨੀਆ ਦੇ ਹੋਰ ਕਿਸੇ ਗ੍ਰੰਥ ਵਿੱਚ ਖੰਡਨ ਨਹੀਂ ਹੈ। ਦਸਮ ਗ੍ਰੰਥ ਵਿੱਚ ਮਹਾਰਾਜ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ 24 ਅਵਤਾਰਾਂ ਬਾਰੇ, 24 ਅਵਤਾਰਾਂ ਦੀ ਕਥਾ ਲਿਖਣ ਤੋਂ ਪਹਿਲਾਂ ਇਹ ਬਚਨ ਕਹੇ ਨੇ, ਜੇ 24 ਅਵਤਾਰ ਕਹਾਏ ਤਿੰਨ ਵੀ ਤੁਮ ਪ੍ਰਭ ਤਨਕ ਨਾ ਪਾਏ। ਜਿਹੜੇ 24 ਅਵਤਾਰ ਭਗਵਾਨ ਦੇ ਤੁਸੀਂ ਕਹਿੰਦੇ ਹੋ, ਉਹਨਾਂ 24 ਅਵਤਾਰਾਂ ਨੇ ਪ੍ਰਮਾਤਮਾ ਦਾ ਤਨਕ ਮਾਤਰ ਵੀ ਭੇਦ ਨਹੀਂ ਪਾਇਆ। ਉਹ ਰੱਬ ਕਿੱਥੋਂ ਬਣ ਗਏ? ਗੁਰੂ ਸਾਹਿਬ ਕਹਿੰਦੇ ਕਿਸ਼ਨ ਵਿਸ਼ਨ ਕਬਹੁ ਨਾ ਧਿਆਨ। ਮੈਂ ਕਿਸੇ ਕਿਸ਼ਨ ਵਿਸ਼ਨ ਨੂੰ, ਮੈਂ ਨਾ ਗਣੇਸ਼ਾ, ਹਿੰਦੂ ਧਰਮ ਗਣੇਸ਼ ਨੂੰ ਪਹਿਲਾਂ ਪੂਜਦਾ, ਮੈਂ ਨਹੀਂ ਪੂਜਦਾ। ਜਿਹੜੇ ਸ਼ਬਦ ਆਉਂਦੇ ਆ
ਜਿਵੇਂ ਦੁਰਗਾ ਸ਼ਬਦ ਆਉਂਦਾ ਹੈ, ਇਹ ਦੁਰਗਾ ਦੇਵੀ ਦਾ ਅਰਥ ਕਰ ਲੈਂਦੇ ਆ। ਹਾਲਾਂਕਿ ਦੇਵੀ ਦਾ ਮਤਲਬ ਕੀ ਹੈ? ਦੇਵੀ ਪ੍ਰਕਾਸ਼ ਕਰਨ ਵਾਲੀ ਸ਼ਕਤੀ, ਪਰਮੇਸ਼ਰ ਦੀ ਸ਼ਕਤੀ। ਕਿਸੇ ਬੰਦੇ ਦੀ ਤਾਕਤ ਉਸ ਤੋਂ ਵੱਖਰੀ ਨਹੀਂ ਹੋਇਆ ਕਰਦੀ, ਕਿਸੇ ਚੀਜ਼ ਦੀ ਪਰਛਾਈ ਉਸ ਚੀਜ਼ ਤੋਂ ਵੱਖਰੀ ਜਾਂ ਉਸ ਤੋਂ ਬਿਨਾਂ ਨਹੀਂ ਹੋਇਆ ਕਰਦੀ। ਪਰਮਾਤਮਾ ਦੀ ਜਿਹੜੀ ਸ਼ਕਤੀ ਹੈ, ਮਹਾ ਮਾਇਆ ਤਾਂ ਕੀ ਹੈ ਛਾਇਆ। ਪਰਮਾਤਮਾ ਦੀ ਸ਼ਕਤੀ ਮਹਾ ਮਾਇਆ ਉਸ ਪਰਮੇਸ਼ਰ ਦੀ ਪਰਛਾਈ ਹੈ। ਗੁਰੂ ਗ੍ਰੰਥ ਸਾਹਿਬ 'ਚ ਬਚਨ ਲਿਖੇ ਗਏ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਵੀ ਮੁਰਾਰੀ ਅਤੇ ਹੋਰ ਬੇਅੰਤ ਨਾਮ ਆਉਂਦੇ ਜਿਹੜੇ ਪਰਮੇਸ਼ਰ ਦੇ ਪਰਿਆਇਵਾਚੀ ਹੈ। ਤੇ ਦੁਰਗਾ ਸ਼ਬਦ ਦੀ ਮੈਂ ਗੱਲ ਕਰ ਰਿਹਾ ਸੀ। ਦੁਰ ਨਾਮ ਹੈ ਔਖੇ ਦਾ, ਗਾ ਨਾਮ ਹੈ ਗਮਨ ਕਰਨ ਵਾਲੇ ਦਾ। ਜਿਹਦੇ ਤੱਕ ਪਹੁੰਚਣਾ ਔਖਾ ਹੈ ਉਹ ਦੁਰਗਾ ਹੈ, ਉਹ ਪਰਮੇਸ਼ਰ ਦੀ ਸ਼ਕਤੀ ਹੈ। ਜਿਹਦੇ ਤੱਕ ਅੱਪੜਨਾ ਔਖਾ ਹੈ। ਦੁਰਗਾ ਨਾਮ ਦਾ ਇੱਕ ਰਾਖਸ਼ ਸੀ, ਉਹਨੂੰ ਸ਼ਕਤੀ ਨੇ ਮਾਰਿਆ ਸੀ, ਇਸ ਕਰਕੇ ਸ਼ਕਤੀ ਨੂੰ ਵੀ ਦੁਰਗਾ ਕਹਿਣ ਲੱਗ ਪਏ। ਪਰ ਅੱਖਰ ਦੁਰਗਮ ਸ਼ਬਦ ਆ, ਜਿਵੇਂ ਸੰਸਕ੍ਰਿਤ ਦੁਰਗਮ ਦਾ, ਜਦ ਔਖਾ ਅੱਪੜਿਆ ਜਾਵੇ। ਦੁਰਗ ਦਾ ਮਤਲਬ ਕੀ ਹੁੰਦਾ? ਦੁਰਗ ਆਪਾਂ ਕਿਲੇ ਨੂੰ ਕਹਿੰਦੇ ਆ। ਕਿਲੇ ਵਿੱਚ ਔਖਾ ਅੱਪੜਿਆ ਜਾਂਦਾ ਕਿਉਂਕਿ ਉਹਦੇ ਆਲੇ ਦੁਆਲੇ ਖਾਈ ਹੁੰਦੀ ਹੈ, ਉੱਚੀਆਂ ਚਟਾਨਾਂ ਹੁੰਦੀਆਂ ਨੇ। ਗੁਰੂ ਸਾਹਿਬ ਜੀ ਦੇ ਇਹਨਾਂ ਸਾਰੇ ਸ਼ਬਦਾਂ ਦੇ ਵਿੱਚ ਜਿਵੇਂ ਜਵਾਲੰਦਰੀ ਸ਼ਬਦ ਹੈ ਦੇਵੀ ਵਾਸਤੇ, ਜਵਾਲੰਦਰੀ ਦਾ ਮਤਲਬ ਹੈ ਜਵਾਲਾ ਧਰੀ, ਅਗਨੀ ਨੂੰ ਧਾਰਨ ਕਰਨ ਵਾਲੀ। ਜਦੋਂ ਬੰਦੂਕ ਚੱਲਦੀ ਹੈ ਉਹਦੇ ਵਿੱਚ ਅੱਗ ਹੀ ਤਾਂ ਹੁੰਦੀ ਹੈ। ਤੇ ਉਹ ਸ਼ਕਤੀ ਜਿਹੜੀ ਜੰਗ ਦੇ ਮੈਦਾਨ 'ਚ ਕੰਮ ਆਉਂਦੀ, ਗੁਰੂ ਸਾਹਿਬ ਜੀ ਉਹਨਾਂ ਸ਼ਕਤੀਆਂ ਦੇ ਨਾਮ ਰੱਖ ਰਹੇ ਆ। ਦੇਵੀ ਦੇਵਤਿਆਂ ਦੇ ਨਾਮ ਸਮਝ ਕੇ ਕਿ ਇਹ ਹਿੰਦੂਵਾਦ ਹੈ, ਇਹ ਬੜਾ ਵੱਡਾ ਭੁਲੇਖਾ। ਇਹ ਭੁਲੇਖਾ ਗੁਰੂ ਗ੍ਰੰਥ ਸਾਹਿਬ ਵਾਸਤੇ ਵੀ ਪਾਇਆ ਜਾਏਗਾ, ਪਰ ਨਹੀਂ, ਇਦਾਂ ਦਾ ਪਾਉਣ ਦੀ ਕੋਸ਼ਿਸ਼ ਵੀ ਕਰ ਰਿਹਾ। ਜਿਵੇਂ ਰਾਮ ਸ਼ਬਦ ਦੇ ਅਰਥ ਰਾਮਚੰਦਰ ਜੀ ਕਰ ਲੈਂਦੇ ਆ, ਉਹ ਕ੍ਰਿਸ਼ਨ ਸ਼ਬਦ ਦੇ ਅਰਥ, ਕ੍ਰਿਸ਼ਨ ਦਾ ਅਰਥ ਹੈ ਜੋ ਕ੍ਰਿਸ਼ਨ ਨਾ ਹੋਵੇ, ਨਾਸ ਨਾ ਹੋਵੇ, ਪਰ ਉਹਨਾਂ ਨੇ ਕ੍ਰਿਸ਼ਨ ਇੱਕ ਅਵਤਾਰ ਨੂੰ ਮੰਨਿਆ ਹੋਇਆ। ਇਸੇ ਤਰ੍ਹਾਂ ਹੋਰ ਕਈ ਸ਼ਬਦ ਨੇ ਜਿਨ੍ਹਾਂ ਦੇ ਅਰਥ ਆਪਣੇ ਆਪਣੇ ਤੌਰ ਤੇ ਭਾਵੇਂ ਕੋਈ ਕੁਝ ਕਰੀ ਜਾਵੇ, ਪਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨਜ਼ਰ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਆਦਿ ਦੀ ਨਜ਼ਰ ਵਿੱਚ ਉਹ ਜੋ ਹੈ ਉਹ ਪਰਮੇਸ਼ਰ ਦੇ ਪਰਿਆਇਵਾਚੀ ਨੇ। ਉਹਨਾਂ ਨੂੰ ਸਮਝਣ ਦੀ ਲੋੜ ਹੈ। ਇੱਕ ਮੈਂ ਹੋਰ ਅਰਜ਼ ਕਰਦਿਆਂ ਕਿ ਜਿਹੜੇ ਦੇਵੀ ਦੇਵਤੇ ਨੇ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਕਤੀ ਅਸੀਂ ਰੋਜ਼ ਪੜ੍ਹਦੇ ਹਾਂ, ਗਾਵਣ ਤਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ। ਕਿ ਵਾਹਿਗੁਰੂ ਇੰਦਰ ਇੰਦਰਾਸਣ ਤੇ ਬਹਿ ਕੇ 33 ਕਰੋੜ ਦੇਵਤਿਆਂ ਸਮੇਤ ਤੇਰੀ ਉਸਤਤ ਕਰ ਰਿਹਾ ਹੈ। ਇਹਦੇ ਅਰਥ ਕੋਈ ਵੀ ਨਹੀਂ ਬਦਲ ਸਕਦਾ। ਪ੍ਰੋਫੈਸਰ ਸਾਹਿਬ ਸਿੰਘ ਜੀ ਵਰਗੇ ਵਿਤੀਕਾਕਾਰਾਂ ਨੂੰ ਵੀ ਇਹ ਮੰਨਣਾ ਪਏਗਾ ਕਿ ਇਹ ਸਾਰੇ ਦੇਵੀ ਦੇਵਤੇ ਤੇਰੀ ਉਸਤਤ ਕਰ ਰਹੇ ਨੇ। ਸਾਫ਼ ਸ਼ਬਦ ਹੈ, ਗਾਵਣ ਤਦੋਂ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ। ਹੁਣ ਜੇ ਕਹਿਣ ਵੀ ਇਹ ਦੇਵੀ ਦੇਵਤੇ ਹੈ ਨਹੀਂ ਤੇ ਫਿਰ ਗਾ ਕੌਣ ਰਿਹਾ? ਜੇ ਹੈ ਤਾਂ ਗਾ ਰਹੇ ਨਾ, ਜੇ ਹੈ ਹੀ ਨਹੀਂ ਤਾਂ ਉਹ ਗਾਣਗੇ ਕਿਵੇਂ? ਪਰ ਹੈਨ ਕਿਵੇਂ? ਇਸ ਗੱਲ ਨੂੰ ਸਮਝ ਲਓ। ਜਿਵੇਂ ਬਿਜਲੀ ਦਾ ਇੱਕੋ ਹੀ ਹੈ, ਪਰ ਕਿਤੇ ਬਲਬ ਬਣ ਕੇ ਜਗ ਰਹੀ ਹੈ, ਕਿਤੇ ਟਿਊਬਾਂ ਜਗ ਰਹੀਆਂ ਨੇ, ਕਿਤੇ ਕੱਪੜੇ ਪ੍ਰੈਸ ਕਰ ਰਹੀ ਹੈ, ਕਿਤੇ ਉਹ ਬਿਜਲੀ ਰੇਲ ਦਾ ਇੰਜਣ ਚਲਾ ਰਹੀ ਹੈ, ਕਿਤੇ ਉਹ ਬਿਜਲੀ ਕੱਪੜੇ ਧੋਣ ਵਾਲੀ ਮਸ਼ੀਨ ਚਲਾ ਰਹੀ ਹੈ। ਲੱਖਾਂ ਕਿਸਮ ਦੀਆਂ ਮਸ਼ੀਨਾਂ ਅੱਜ ਸੰਸਾਰ ਚੱਲ ਰਹੀਆਂ ਨੇ। ਉਹ ਇੱਕ ਬਿਜਲੀ ਇੱਕ ਹੈ, ਉਹਦੇ ਬਾਹਰਲੇ ਰੂਪ ਵੱਖੋ ਵੱਖ ਹੋ ਸਕਦੇ ਆ। ਉਹ ਬਾਹਰਲੇ ਰੂਪ 33 ਕਰੋੜ ਹੋ ਸਕਦੇ ਆ। ਦੇਵਾਨ ਦੇਵ ਇੱਕੋ ਹੀ ਹੈ, ਉਹ ਪ੍ਰਥਮ ਭਗਉਤੀ ਹੈ, ਉਹ ਪਰਮੇਸ਼ਰ ਹੈ। ਉਹਦੀ ਸ਼ਕਤੀ ਨਾਲ ਇਹ ਬਾਹਰਲੇ ਰੂਪ ਸਾਰੇ ਉਜਾਗਰ ਹੁੰਦੇ। ਤੁਸੀਂ 5 ਦੇਵਤਿਆਂ ਦਾ ਜ਼ਿਕਰ ਆਸਾ ਦੀ ਵਾਰ 'ਚ ਪੜ੍ਹਦੇ ਹੋ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ। 5ਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ। ਦੇਵਤਾ ਦਾ ਮਤਲਬ ਹੈ ਦਿਵਯ ਪ੍ਰਕਾਸ਼ ਦੇਣ ਵਾਲਾ। ਜਦੋਂ ਤੁਸੀਂ ਭੁੱਖੇ ਹੋਵੋਗੇ ਤੇ ਤੁਹਾਡੇ ਮੂੰਹ ਤੋਂ ਫਤਿਹ ਵੀ ਨਹੀਂ ਗਜਾਈ ਜਾਂਦੀ। ਜੇ ਤੁਹਾਡੇ ਅੰਦਰ ਪ੍ਰਸ਼ਾਦਾ ਚਲਾ ਗਿਆ, ਅੰਨ ਚਲਾ ਗਿਆ, ਤੇ ਤੁਸੀਂ ਦੇਵਤਾ ਬਣ ਗਏ। ਦੇਵਤਾ ਤੁਹਾਡੇ ਅੰਦਰ ਚਲਾ ਗਿਆ ਤੇ ਤੁਸੀਂ ਬੋਲਣ ਲੱਗ ਪਏ। ਤੁਹਾਡੀਆਂ ਅੱਖਾਂ 'ਚ ਜੋਤ ਆ ਗਈ, ਤੁਹਾਡੇ ਕੰਨਾਂ 'ਚ ਆ ਗਈ, ਤੁਹਾਡੇ ਸਰੀਰ ਦੀਆਂ ਇੰਦਰੀਆਂ ਕੰਮ ਕਰਨ ਲੱਗ ਪਈਆਂ। ਪਾਣੀ ਅੰਦਰ ਚਲਾ ਗਿਆ, ਪਿਆਸੇ ਨੂੰ ਬੋਲਿਆ ਨਹੀਂ ਜਾਂਦਾ। ਜੇ ਪਾਣੀ ਚਲਾ ਗਿਆ ਤੇ ਤਿਆਰ ਹੋ ਗਿਆ। ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ। 5ਵਾਂ ਪਾਇਆ ਕਿਰਤਾ ਵਾ। ਇਹਨਾਂ ਨੂੰ ਦੇਵਤੇ। ਇਸੇ ਤਰ੍ਹਾਂ ਜਿਹੜੀਆਂ ਅਕਾਲ ਪੁਰਖ ਦੀਆਂ ਗੰਮੀ ਸ਼ਕਤੀਆਂ ਸੰਸਾਰ 'ਚ ਵਰਤਦੀਆਂ, ਉਹਨੂੰ ਦੇਵਤਾ ਕਿਹਾ ਜਾਂਦਾ। ਉਹ ਸਾਰੇ ਵਾਹਿਗੁਰੂ ਨੂੰ ਗਾਉਂਦੇ ਆ। ਉਹਦੇ ਅੰਦਰ ਜਿਹੜੀ ਅੰਦਰਲੀ ਜੋਤ ਹੈ ਉਹ ਦੇਵਾਨ ਦੇਵ ਇੱਕੋ ਹੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਉਸ ਜੋਤ ਨੂੰ ਮੁੱਖ ਰੱਖ ਕੇ ਜ਼ਿਕਰ ਕਰਦੇ ਆ, ਨਾ ਕਿ ਬਾਹਰਲੀਆਂ ਟਿਊਬਾਂ ਬਲਬਾਂ ਦਾ ਜ਼ਿਕਰ ਨਹੀਂ ਕਰਦੇ। ਬਾਹਰਲਾ ਰੂਪ ਜੇ ਚਿਤਰਨ ਕਰ ਰਿਹਾ ਤੇ ਉਹਦੇ ਅੰਦਰਲੀ ਬਿਜਲੀ ਜਿਹੜੀ ਹੈ ਉਹ ਅਕਾਲ ਪੁਰਖ ਹੈ, ਉਹਦਾ ਚਿਤਰਨ ਕਰ ਰਹੇ ਆ। ਇਸ ਤਰ੍ਹਾਂ ਇਹ ਕਹਿਣਾ ਕਿ ਹਿੰਦੂ ਮਿਥਿਆਸਵਾਦ ਹੈ, ਇਹ ਬਿਲਕੁਲ ਗਲਤ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਨਜ਼ਰੀਏ ਤੋਂ ਇਹਦਾ ਚਿਤਰਨ ਕਰ ਰਹੇ ਆ ਤੇ ਉਹਨੂੰ ਉਸ ਨਜ਼ਰੀਏ ਤੋਂ ਹੀ ਸਮਝਣਾ ਚਾਹੀਦਾ। ਯਾਨੀ ਜੀ ਦਸ਼ਮ ਗ੍ਰੰਥ ਦੇ ਜਿਹੜੇ ਵਿਰੋਧੀ ਵਿਦਵਾਨ ਨੇ ਉਹ ਸਮੇਂ-ਸਮੇਂ ਸਿਰ ਇਹ ਚੁਣੌਤੀ ਦਿੰਦੇ ਰਹੇ ਹੈ ਕਿ ਜੀ ਸਾਡੇ ਨਾਲ ਕੋਈ ਆਮਣੇ ਸਾਹਮਣੇ ਗੱਲ ਨਹੀਂ ਕਰਦਾ,
इधरों दशमगंज प्रबोध सभा ते होर विद्वान कहते रहे कि भी आमने सामने गल होए। तुहाडी नज़रां च इस परिपेक्ष की कारण हो रहा है कि दोनों धिरां दा आमने सामने बैठ के विचार वटांदरा या संवाद नहीं हो पा रहा? यानी जी संवाद तख्त साहिबां ते होना चाहिए जिथे तक पंथ के मसलियां का पक्ष है। ते संवाद दे बारे भाई साहब भाई मनी सिंह होरां ने लिखिया भी 4 तरह की चर्चा हुंदी है। 2 तरह की गुरसिखां नूं करनी चाहिए, 2 तरह की नहीं करनी चाहिए। हेत ते वाद ये तो गुरसिखां नूं करनी चाहिए। हेत हित दी प्रेम नाल, वाद भी विचार करना। जलप ते वतंडावाद गुरसिखां नूं नहीं करना चाहिए। ਜਿਹੜੇ ਵੀਰ मेरे विरोधी दसम ग्रंथ साहब के विरोधी हैं, मैं ये नहीं कहता कि असी ही चंगे हाँ, पर उन्होंने वीरों की जी शब्दावली है, जी बोली है दसम ग्रंथ बारे, वो पहला ही वितंडावाद वाली है। इस करके भी सिंह साहबान भी शायद ये सोचते हैं भी जे इन्होंने आमने सामने बिठाईए तो किते वितंडावाद आपस हथों पाई तक ना पहुंच जान जिवें इन्हां दी बोली है। सो ये कारण भी हो सकते हैं। दूसरा कि जिहड़े वो लोग ने विरोधी वीर ने वो कहते जरूर ने भी विचार होनी चाहिए है, आमने सामने होनी चाहिए है, पर जदों उन्होंने तख्त साहिबां ते जां किते बुलाया जाता है, पिछे जे एक सज्जन ने कहा मैं करोड़ रुपया इनाम देंगा जे दसम ग्रंथ नूं कोई गुरु गोबिंद सिंह दी किरत साबित करे। 13 अगस्त 2006 ਨੂੰ ਉਹਨੂੰ ਬਾਬੇ ਬਕਾਲੇ ਸਾਹਿਬ ਸੱਦਿਆ ਗਿਆ। 20 ਅਗਸਤ 2006 ਨੂੰ ਉਹਨੂੰ ਸ੍ਰੀ ਅਕਾਲ ਤਖਤ ਤੇ ਸੱਦਿਆ ਗਿਆ। ਉਸ ਤੋਂ ਬਾਅਦ ਹੋਰ ਕਈ ਥਾਵਾਂ ਤੇ ਉਹਨੂੰ ਸੱਦੇ ਦਿੱਤੇ ਗਏ ਤੇ 13 ਨਵੰਬਰ 2006 ਨੂੰ ਫਤਿਹ ਦਿਵਸ ਦੇ ਉੱਤੇ ਵੀ ਉਹਨੂੰ ਸੱਦਾ ਦਿੱਤਾ ਗਿਆ। ਜਵਾਨੀ ਵੀ ਉਹਨੂੰ ਸਿੰਘ ਜਾ ਕੇ ਕਹਿ ਕੇ ਆਏ, ਪਰ ਉਹ ਸੱਜਣ ਉਹਨੇ ਮੂੰਹ ਵੀ ਨਹੀਂ ਵਿਖਾਇਆ। ਅੱਜ ਤੱਕ ਉਹਦਾ ਨਾਮ ਵੀ ਨਹੀਂ ਪਤਾ ਉਹ ਕਿੱਥੇ ਗਿਆ। ਉਸ ਤੋਂ ਬਾਅਦ ਜਿਹੜੇ ਪ੍ਰੋਫੈਸਰ ਦਰਸ਼ਨ ਸਿੰਘ ਜੀ ਵਗੈਰਾ ਇਹਨਾਂ ਨੂੰ ਵੀ ਸੱਦਿਆ ਗਿਆ, ਦਮਦਮੇ ਸਾਹਿਬ ਸੱਦਿਆ ਗਿਆ, ਪਟਨੇ ਸਾਹਿਬ ਸੱਦਿਆ ਗਿਆ, ਸ੍ਰੀ ਅਕਾਲ ਤਖਤ ਸਾਹਿਬ ਸੱਦਿਆ ਗਿਆ। ਉਸ ਪੱਖ ਨਾਲ ਇਹ ਨਹੀਂ ਆਉਂਦੇ ਵਿਚਾਰ ਕਰਨ ਨਾਲ, ਕਿਉਂਕਿ ਇਹਨਾਂ ਕੋਲ ਜਵਾਬ ਨਹੀਂ ਹੈ, ਆਪਣੇ ਜਾਲ 'ਚ ਆਪ ਹੀ ਫਸ ਜਾਣਗੇ। ਇਸ ਕਰਕੇ ਇਹ ਕਹਿਣਾ ਵੀ ਇਹਨਾਂ ਦਾ ਸਿਰਫ ਇਹ ਲੋਕਾਂ ਨੂੰ ਭੰਬਲ ਪੂਸਾ ਪਾ ਰਹੇ ਹੈ ਵੀ ਸਾਡੇ ਸਾਹਮਣੇ ਕੋਈ ਨਹੀਂ ਆਉਂਦਾ। ਸਾਹਮਣੇ ਆ ਕੇ ਵਿਚਾਰ ਕਰਨ ਨੂੰ ਪੰਥ ਤਿਆਰ ਹੈ, ਪਰ ਉਹਦਾ ਕੋਈ ਮੁੱਦਾ ਕੋਈ ਤਰੀਕਾ ਬਣਾਇਆ ਜਾਵੇ ਕਿ ਤਖਤ ਸਾਹਿਬ 5 ਤਖਤਾਂ ਨੂੰ ਕਿਸੇ ਸਥਾਨ ਤੇ ਨੀਅਤ ਹੋਵੇ ਜਾਂ ਸੰਗਤ ਦੇ ਸਾਹਮਣੇ ਹੋਵੇ। ਦਾਸ ਨਾਲ ਨਿੱਜੀ ਤੌਰ ਤੇ ਕਈ ਵਾਰ ਇਹਨਾਂ ਦੀ ਵਿਚਾਰ ਚਰਚਾ ਹੋਈ, ਗੱਲ ਵੀ ਆਪ ਛੇੜਦੇ ਨੇ। ਜਦੋਂ ਇਹਨਾਂ ਨੂੰ ਪੱਲਾ ਛਡਾਉਣਾ ਔਖਾ ਹੋ ਜਾਂਦਾ ਫਿਰ ਕਹਿੰਦੇ ਛੱਡੋ ਜੀ ਅਸੀਂ ਬਹਿਸ ਨਹੀਂ ਕਰਨੀ। ਛੇੜਦੇ ਵੀ ਆਪ ਨੇ ਔਰ ਫਿਰ ਇਹ ਕਹਿੰਦੇ ਛੱਡੋ ਜੀ ਬਹਿਸ ਨਹੀਂ ਕਰਨੀ। ਤੋ ਇਸ ਤਰ੍ਹਾਂ ਦੇ ਤਾਂ ਬਹੁਤ ਵਾਕਿਆ ਹੋ ਚੁੱਕੇ ਨੇ। ਕਈ ਜਗ੍ਹਾ ਇਹਨਾਂ ਨੇ ਮਾਫੀ ਵੀ ਮੰਗੀ ਹੈ ਵੀ ਅਸੀਂ ਮਾਫੀ ਚਾਹੁੰਦੇ ਹਾਂ। ਜਿਹੜੇ ਲੋਕ ਵਿਰੋਧੀ, ਮੈਂ ਨਾਂ ਨਹੀਂ ਹੁਣ ਦੱਸਦਾ ਕਿਹਦੇ ਕਿਹਦੇ, ਕਿਉਂਕਿ ਬਹੁਤ ਸਾਰੇ ਬਣੇ ਹੋਏ ਨੇ। ਤੋ ਇਹਨਾਂ ਸੱਜਣਾਂ ਨੂੰ ਜੇ ਪੰਥ ਦਰਦੀ ਹਨ, ਯਾਨੀ ਇਹਨਾਂ ਦੀ ਭਾਵਨਾ ਪੰਥ ਵਿੱਚ ਏਕਤਾ ਦੀ ਜਾਂ ਧਰਮ ਦੀ ਪ੍ਰਚਾਰ ਦੀ ਜਾਂ ਕੋਈ ਇਸ ਤਰ੍ਹਾਂ ਦੀ ਹੈ ਵੀ ਪੰਥ ਦੇ ਭਲੇ ਦੀ ਹੈ, ਤਾਂ ਇਹ ਜ਼ਰੂਰ ਇਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਪਰ ਜੇ ਵਿਤੰਡਾਵਾਦ ਕਰਕੇ ਪੰਥ ਦੇ ਵਿੱਚ ਵਿਰੋਧ ਖੜਾ ਕਰਕੇ ਕੋਈ ਸਵਾਰਥ ਕੱਟਣਾ ਚਾਹੁੰਦੇ ਆ ਤਾਂ ਫਿਰ ਇਹਨਾਂ ਦੀ ਗੱਲ ਸੁਣਨ ਦਾ ਕੋਈ ਤੁਕ ਨਹੀਂ ਰਹਿ ਜਾਂਦਾ। ਹਾਂ, ਪਹਿਲੀ ਗੱਲ ਤਾਂ ਇਹ ਹੈ ਕਿ ਦਸਮ ਗ੍ਰੰਥ ਜਾਂ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਇਦਾਂ ਦੇ ਵਹਿਸ਼ ਮਵਾਸੇ ਹੋਣੇ ਨਹੀਂ ਚਾਹੀਦੇ। ਮੁਸਲਮਾਨਾਂ ਨੇ ਕਦੀ ਕੁਰਾਨ ਸ਼ਰੀਫ ਤੇ ਕਦੀ ਕੋਈ ਚਰਚਾ ਨਹੀਂ ਕੀਤੀ। ਈਸਾਈਆਂ ਨੇ ਕਦੀ ਬਾਈਬਲ ਦੇ ਉੱਤੇ ਇਦਾਂ ਦਾ ਮੁੱਦਾ ਨਹੀਂ ਛੇੜਿਆ। ਵੇਦਾਂ ਦੇ ਵਿੱਚ ਇਤਨਾ ਕੁਝ ਲਿਖਿਆ ਹੋਇਆ, ਕਦੀ ਹਿੰਦੂਆਂ ਨੇ ਵੇਦਾਂ ਤੇ ਮੁੱਦਾ ਨਹੀਂ ਛੇੜਿਆ। ਸਿੱਖ ਦੀ ਤਾਂ ਸ਼ਰਧਾ ਹੁੰਦੀ ਹੈ, ਸੰਪਰਦਾ ਇਸ ਗੱਲ ਤੇ ਟਿਕੀਆਂ ਹੋਈਆਂ ਨੇ ਕਿ ਜੋ ਸੰਪਰਦਾਇ ਦਾ ਮਤਲਬ ਹੈ ਜੋ ਭਲੀ ਪ੍ਰਕਾਰ ਵੱਡਿਆਂ ਨੇ ਪ੍ਰਦਾਨ ਕੀਤਾ ਹੋਵੇ ਉਸ ਨੂੰ ਅੱਗੇ ਚਲਾਉਣ ਨੂੰ ਸੰਪਰਦਾਇ ਕਹਿੰਦੇ। ਮਾਨੇ ਭਲੀ ਪ੍ਰਕਾਰ ਪ੍ਰਦਾਇ ਨੇ ਪ੍ਰਦਾਨ ਕਰਨਾ। ਸਾਨੂੰ ਭਲੇ ਪ੍ਰਕਾਰ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ, ਭਾਈ ਮਨੀ ਸਿੰਘ ਤੋਂ, ਬਾਬਾ ਦੀਪ ਸਿੰਘ ਤੋਂ ਵਿਰਸਾ ਮਿਲਦਾ ਆ ਰਿਹਾ, ਅੱਜ ਤੱਕ ਅਸੀਂ ਸੰਭਾਲਿਆ, ਉਹੀ ਸਾਡੇ ਧਰਮ ਦੀ ਸ਼ਰਧਾ ਆਸਥਾ ਤੇ ਉਹ ਨਿਰਭਰ ਹੈ। ਇਸ ਕਰਕੇ ਇਹਦੇ ਤੇ ਵਿਚਾਰ ਕਰਨ ਦਾ ਪਹਿਲੀ ਗੱਲ ਤਾਂ ਕੋਈ ਤੁਕ ਨਹੀਂ ਬਣਦਾ। ਹਾਂ, ਜੇ ਕਿਸੇ ਦਾ ਕੋਈ ਸ਼ੰਕਾ ਹੈ ਉਹ ਸ਼ੰਕਾ ਉਸ ਪੁੱਛ ਕੇ ਨਿਵਰਤ ਕੀਤਾ ਜਾ ਸਕਦਾ, ਪਰ ਇਹ ਕਹਿ ਦੇਣਾ ਵੀ ਮੂਲੋਂ ਹੀ ਰੱਦ ਕਰ ਦੇਣਾ, ਰੱਦ ਸ਼ਬਦ ਜਿਹੜਾ ਗੁਰੂ ਕੀ ਬਾਣੀ ਬਾਰੇ ਵਰਤਣਾ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ। ਇਹਨਾਂ ਨੂੰ ਅਖੌਤੀ ਦਸਮ ਗ੍ਰੰਥ ਕਹਿਣਾ ਜਾਂ ਦਸਮ ਗ੍ਰੰਥੀਏ ਕਹਿਣਾ, ਗਾਲਾਂ ਤੱਕ ਇਹ ਉੱਤਰ ਆਉਂਦੇ ਆ ਅਖਬਾਰਾਂ ਦੇ ਵਿੱਚ, ਰਸਾਲਿਆਂ ਦੇ ਵਿੱਚ। ਇਸ ਕਰਕੇ ਇਹਨਾਂ ਨਾਲ ਵਿਚਾਰ ਕਰਨ ਦਾ ਵੀ ਕੋਈ ਤੁਕ ਨਹੀਂ ਬਣਦਾ। ਤਾਂ ਹੀ ਜਥੇਦਾਰ ਸਾਹਿਬ ਵਿੱਚ ਇਹਦੇ ਦਖਲਅੰਦਾਜ਼ੀ ਨਹੀਂ ਕਰ ਰਹੇ ਜਾਂ ਵਿਚਾਰ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ। ਹਾਲਾਂਕਿ ਇਧਰੋਂ ਵੀ ਵਿਚਾਰ ਕਰਨ ਨੂੰ ਵਿਦਵਾਨ ਤਿਆਰ ਬੈਠੇ ਹਨ, ਪਰ ਉਹ ਲੋਕ ਜਿਹੜੇ ਉਹਨਾਂ ਦੀ ਸ਼ਬਦਾਵਲੀ ਤੋਂ, ਉਹਨਾਂ ਦੀ ਭਾਵਨਾਵਾਂ ਤੋਂ ਵੇਖ ਕੇ ਅਸੀਂ ਸ਼ਾਇਦ ਇਸ ਕਈ ਗੱਲਾਂ ਦੇ ਸੰਕੋਚ ਹੋ ਰਿਹਾ। ਤੇ ਭਵਿੱਖ 'ਚ ਇਸ ਮਸਲੇ ਦਾ ਆਪ ਜੀ ਦੇ
ਦ੍ਰਿਸ਼ਟੀਕੋਣ ਤੋਂ ਕੀ ਹੱਲ ਹੋਏਗਾ ਜਾਂ ਭਵਿੱਖ ਕੀ ਬਣੇਗਾ ਇਸ ਚੀਜ਼ ਦਾ ਦਸ਼ਮ ਗ੍ਰੰਥ ਦੇ ਵਿਵਾਦ? ਅਸਲ ਵਿੱਚ ਮੁਸਲਮਾਨਾਂ ਦਾ ਸ਼ੀਆ ਸੁੰਨੀ ਦਾ ਜੋ ਝਗੜਾ ਹੈ ਉਹਦੇ ਬਾਰੇ ਜਿਹੜੇ ਸਹੀ ਸੁਹਿਰਦ ਮੁਸਲਮਾਨ ਵੀਰ ਹਨ, ਵਿਦਵਾਨ, ਉਹ ਇਹ ਕਹਿੰਦੇ ਹਨ ਵੀ ਇਹ ਸਾਡੇ ਵਿੱਚ ਧਾਰਮਿਕ ਕਾਰਨਾਂ ਕਰਕੇ ਨਹੀਂ ਪਿਆ, ਰਾਜਨੀਤਿਕ ਕਾਰਨਾਂ ਕਰਕੇ ਕੁਝ ਸਵਾਰਥੀ ਲੋਕਾਂ ਨੇ ਪਾਇਆ ਸੀ। ਅੱਜ ਬਿਲਕੁਲ ਇਹ ਪ੍ਰਸਥਿਤੀ ਖਾਲਸੇ ਪੰਥ ਦੀ ਬਣਦੀ ਜਾ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਹੈ ਕਿ ਪੰਥ ਨੂੰ ਇਹ ਲੋਕ ਦੋ ਫਾੜ ਕਰ ਦੇਣ ਤੇ ਅੰਮ੍ਰਿਤ ਦੇ ਉੱਤੇ ਵੀ ਕਿੰਤੂ ਕਰਕੇ ਹੋ ਸਕਦਾ ਕੋਈ ਨਵਾਂ ਰੂਪ ਬਣਾਉਣ ਤੇ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਉੱਤੇ ਵੀ ਕਿੰਤੂ ਕਰ ਰਹੇ ਆ ਤੇ ਇਦਾਂ ਦੀਆਂ ਗੱਲਾਂ ਤੋਂ ਲੱਗਦਾ ਕਿ ਇਹ ਲੋਕ ਪੰਥ ਨੂੰ ਡਿਵਾਈਡ ਕਰਨਾ ਚਾਹੁੰਦੇ ਆ, ਵੰਡਣਾ ਚਾਹੁੰਦੇ ਆ ਜਾਂ ਪੰਥ ਦੀ ਤਾਕਤ ਨੂੰ ਘਟਾਉਣਾ ਚਾਹੁੰਦੇ ਆ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਸ਼ਖਸੀਅਤ ਨਾਲ ਇਹਨਾਂ ਨੂੰ ਜ਼ਿਆਦਾ ਅਲਰਜੀ ਹੈ। ਹੋਰ ਗੁਰੂ ਸਾਹਿਬਾਂ ਨੂੰ ਇਹ ਜਾਂ ਉਹਨਾਂ ਦੀ ਬਾਣੀ ਨੂੰ ਫਿਰ ਵੀ ਠੰਡਾ ਨਰਮ ਜਾਣ ਕੇ ਪ੍ਰਵਾਨ ਕਰ ਲੈਂਦੇ ਆ, ਪਰ ਵੀਰ ਰਸ ਨੂੰ, ਸ਼ਸਤਰਧਾਰੀ ਰੂਪ ਨੂੰ, ਖਾਲਸੇ ਦੇ ਪ੍ਰਚੰਡ ਰੂਪ ਨੂੰ ਵੇਖ ਕੇ ਲੋਕ ਰਾਜੀ ਨਹੀਂ ਹਨ, ਜਿਸ ਕਰਕੇ ਇਦਾਂ ਦੀਆਂ ਕਾਰਨ ਕਵਾਈਆਂ ਕਰ ਰਹੇ ਆ। ਗਿਆਨੀ ਜੀ ਨਾਲ ਪੰਥਕ.fm ਦੇ ਸਰੋਤਿਆਂ ਦੀਆਂ ਹੋਰ ਮੁਲਾਕਾਤਾਂ ਅਸੀਂ ਭਵਿੱਖ 'ਚ ਲੈ ਕੇ ਹਾਜ਼ਰ ਹੋਵਾਂਗੇ। ਅਸੀਂ ਬਾਰ-ਬਾਰ ਪੰਥਕ.fm ਰਾਹੀਂ ਦਸ਼ਮ ਗ੍ਰੰਥ ਦੇ ਵਿਰੋਧ ਵਿੱਚ ਵਿਚਾਰ ਰੱਖਣ ਵਾਲੇ ਵਿਦਵਾਨਾਂ ਨੂੰ ਇਹ ਸੱਦਾ ਦੇ ਰਹੇ ਹਾਂ ਕਿ ਉਹ ਵੀ ਜੇ ਚਾਹਣ ਤਾਂ ਪੰਥਕ.fm ਦੇ ਸਟਾਫ ਨੂੰ ਕੰਟੈਕਟ ਕਰਨ, editor@panthak.org ਤੇ ਮੇਲ ਕਰਨ ਜਾਂ ਸਾਨੂੰ 099776130000 ਇਸ ਮੋਬਾਈਲ ਨੰਬਰ ਤੇ ਵਿਦ ਇਨ ਇੰਡੀਆ ਕੰਟੈਕਟ ਕਰਨ। ਅਸੀਂ ਆਪ ਜੀ ਨੂੰ ਆਪਣੇ ਸਟੂਡੀਓ 'ਚ ਬੁਲਾ ਕੇ ਗਿਆਨੀ ਜੀ ਦੁਆਰਾ ਕੀਤੀਆਂ ਗਈਆਂ ਚਰਚਾਵਾਂ ਜਾਂ ਦਸ਼ਮ ਗ੍ਰੰਥ ਬਾਰੇ ਹੋਰ ਯੂਨੀਵਰਸਿਟੀਆਂ ਤੇ ਸੰਪਰਦਾਈ ਗਿਆਨੀਆਂ ਦੁਆਰਾ ਕੀਤੀ ਗਈ ਚਰਚਾ ਜੋ ਹੁਣ ਤੱਕ ਪੰਥਕ.fm ਤੇ ਪ੍ਰਸਾਰਿਤ ਕੀਤੀ ਗਈ ਹੈ, ਇਸ ਬਾਰੇ ਆਪ ਜੀ ਦੇ ਵਿਚਾਰ ਵੀ ਹੂਬਹੂ ਸੰਗਤਾਂ ਤੱਕ ਪਹੁੰਚਾਉਣ ਲਈ ਨਿਰਪੱਖ ਪੱਤਰਕਾਰਤਾ ਦੇ ਤੌਰ ਤੇ ਵਚਨਬੱਧ ਹਾਂ। ਇੱਥੇ ਹੀ ਅਸੀਂ ਅੱਜ ਦੀ ਇਸ ਮੁਲਾਕਾਤ ਦੀ ਸਮਾਪਤੀ ਕਰਾਂਗੇ। ਗਿਆਨੀ ਸ਼ੇਰ ਸਿੰਘ ਜੀ ਵੱਲੋਂ ਅਤੇ ਪੰਥਕ ਦੇ ਸਮੂਹ ਸਟਾਫ ਵੱਲੋਂ ਸਮੂਹ ਸਰੋਤਿਆਂ ਅਤੇ ਸਮੂਹ ਖਾਲਸਾ ਪੰਥ ਨੂੰ ਵਾਹਿਗੁਰੂ ਜੀ ਕਾ ਖਾਲਸਾ